जिन्हों के कोल मोबाइल आ वो अपने मोबाइल बंद कर लो ताकि कोई भैन भरा डिस्टर्ब ना हो। और बहुत ध्यान के नाल तुसीं परमेश्वर के वचन को सुनना है, ठीक है जी। क्योंकि असीं प्रभु की हज़ूरी विच आए हाँ उहदे वचन को सुनने लई, उहदा धन्नवाद करन दे लई, उहदे नाम की वडियाई करन दे लई। सारे बोलो हालेलुया। बहुत ध्यान दे नाल तुसीं ध्यान परमेश्वर के वचन वाल रखना है। बच्चों नाल भी नहीं खेडना, ठीक है। अगर कोई बच्चा रोंदा है बड़ी शांति के नाल असीं उहनूं बाहर कढ सकते हैं। बाहर भी स्पीकर लगा है, सुन सकते हैं खुदा के वचन नूं। पर बहुत ध्यान तुसीं खुदा की बाणी वाल देना, खुदा के वचन वाल देना है। क्योंकि प्रभु की बाणी जिहड़ी है ये इंसान का जीवन बदल सकती है। और मैं तुहानूं दसना चाहुंदा हाँ ये कुछ मेरे कोलों जिस तरह के बच्चों के पेपर होंगे आ साल बाद, ये उत्ते मैं कुछ लिखा है, ये मैं तुहानूं दवांगा। ये हर एक ने भर के लिया जिस तरह कि अपना नाम पता शुरू कर देना है।
कदों शुरू करना है? अप्रैल या मई दे विच। अप्रैल च ते मेरे ख्याल इन्हां दे पेपर आ 10वीं दे, मई दे विच शुरू कर दांगे। आ वेखो मैनूं आ बाइबल रखण दी भी मुश्किल आउंदी है। ये सारे काम तुसीं करने हैं। साडे चर्च दे विच किहड़ी चीज़ नहीं हैगी, है ना? सारे बोलो हालेलुया। हालेलुया। ये नहीं भी चर्च बनाना ते मैं संगत दे उत्ते बोझ पा देना है। ਜਿਹੜੇ ਭੈਣ ਭਰਾ ਕਰਨਾ ਚਾਹੁੰਦੇ ਜ਼ਰੂਰ ਕਰ ਸਕਦੇ ਆ। 10-10 ਹਜ਼ਾਰ ਰੁਪਇਆ ਕਿਹਾ ਆ ਤੇ ਕੁਝ ਭੈਣ ਭਰਾਵਾਂ ਨੇ ਤੇ ਜਮ੍ਹਾਂ ਕਰਵਾ ਵੀ ਦਿੱਤੇ ਆ। ਧੰਨਵਾਦ ਹੈ, ਖੁਦਾ ਉਹਨਾਂ ਨੂੰ ਬਰਕਤ ਦੇਵੇ। ਜਿਨ੍ਹਾਂ ਦੇ ਕੋਲ ਇੰਨੀ ਗੁੰਜਾਇਸ਼ ਨਹੀਂ ਆ ਉਹ ਖੁਸ਼ੀ ਦੇ ਨਾਲ ਵੀ ਕਰ ਸਕਦੇ ਆ। ਠੀਕ ਹੈ ਜੀ, ਇਹ ਨਹੀਂ ਵੀ ਆਪਾਂ ਕਿਸੇ ਨੂੰ ਬੰਨਿਆ ਵਾ ਜਾਂ ਕਿਸੇ ਦੇ ਉੱਤੇ ਬੋਝ ਪਾਤਾ, ਇਦਾਂ ਦੀ ਕੋਈ ਗੱਲਬਾਤ ਨਹੀਂ। ਠੀਕ ਹੈ, ਤੁਸੀਂ ਕਿਸੇ ਬੰਦੇ ਲਈ ਨਹੀਂ ਕਰਨਾ, ਕਾਹਦੇ ਲਈ ਕਰਨਾ ਹੈ? परमेश्वर ਲਈ। प्रभु ਦੇ ਲਈ ਕਰਨਾ ਹੈ। ਸਾਰੇ ਬੋਲੋ ਹਾਲੇਲੂਇਆ। हालेलुया। ਇਸ ਲਈ ਪਿਆਰੇ ਭੈਣੋ ਭਰਾਵੋ ਧਿਆਨ ਰੱਖਿਓ, ਆਹ ਕੰਮ ਅਸੀਂ ਸ਼ੁਰੂ ਕਰਨਾ ਹੈ ਪ੍ਰਭੂ ਦਾ ਤੇ ਇਹਦੇ ਵਿੱਚ ਸਾਰਿਆਂ ਨੇ ਸਹਿਯੋਗ ਦੇਣਾ ਹੈ। ਸਾਰਿਆਂ ਨੇ ਸਹਿਯੋਗ ਦੇਣਾ ਹੈ। ਠੀਕ ਹੈ ਜੀ, ਭਾਵੇਂ ਕੋਈ ਬੰਦਾ ਗਰੀਬ ਵੀ ਆ, ਕੋਈ ਗੱਲ ਨਹੀਂ ਆ, ਪਰਮੇਸ਼ਵਰ ਕਿਸੇ ਨੂੰ ਗਰੀਬ ਨਹੀਂ ਰਹਿਣ ਦਿੰਦਾ ਤੇ ਰੱਬ ਦੇ ਬੰਦੇ ਕਦੀ ਗਰੀਬ ਨਹੀਂ ਹੁੰਦੇ। ਬਾਹਰ ਸੁਣ ਲਓ ਕੋਈ ਗੱਲਬਾਤ, ਰੱਬ ਦੇ ਬੰਦੇ ਕਦੀ ਗਰੀਬ ਨਹੀਂ ਹੁੰਦੇ। ਠੀਕ ਹੈ ਜੀ, ਰੱਬ ਦੀ ਬਾਣੀ 'ਚ ਕੀ ਲਿਖਿਆ? ਸ਼ੇਰ ਬੱਚਿਆਂ ਨੂੰ ਘਾਟ ਪੈਂਦੇ ਤੇ ਭੁੱਖ ਲੱਗਦੀ ਆ, ਪਰ ਪਰਮੇਸ਼ਰ ਦੇ ਤਾਲਬ ਕਿਸੇ ਚੰਗੇ ਵਸਤ ਤੋਂ ਥੋੜ ਨਹੀਂ ਸਕਦੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਅਸੀਂ ਪਰਮੇਸ਼ਰ ਦੇ ਬੱਚੇ ਆ, ਉਹ ਸਾਨੂੰ ਬਰਕਤ ਦੇਣ ਵਾਲਾ ਪਰਮੇਸ਼ਵਰ ਆ। ਇਸ ਲਈ ਅਸੀਂ ਸੱਚੇ ਦਿਲ ਦੇ ਨਾਲ ਉਹਦਾ ਧੰਨਵਾਦ ਕਰਨਾ। ਔਰ ਇੱਥੇ ਅਸੀਂ ਪੜ੍ਹ ਰਹੇ ਹਾਂ ਮੱਤੀ ਦੀ 9 ਅਧਿਆਏ ਉਹਦੀ 17 ਪੜ੍ਹੋ। ਇੰਨੇ ਜਾਣਿਆਂ ਕੋਲ ਬਾਈਬਲ ਆ ਵੀ ਇਹ ਕਿਸੇ ਨੂੰ ਪੜ੍ਹਨਾ ਨਹੀਂ ਅਤੇ ਨਾ ਨਵੀਂ ਮੈਂ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਖਾਂਦੇ ਹਨ, ਨਹੀਂ ਤਾਂ ਮਸ਼ਕਾਂ ਫਟ ਜਾਂਦੀਆਂ ਹਨ। ਹਾਂਜੀ। ਅਤੇ ਮੈਂ ਵੱਧ ਜਾਂਦੀ ਹਾਂਜੀ। ਅਤੇ ਮੁਸ਼ਕਾਂ ਦਾ ਨਾਸ ਹੋ ਜਾਂਦਾ ਹੈ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਰ ਨਵੀਂ ਮੈਂ ਨਵੀਆਂ ਬਹਿ ਜਾਓ ਬਹਿ ਜਾਓ। ਹੁਣ ਬਸ ਬਹੁਤ ਸ਼ਾਂਤੀ ਦੇ ਨਾਲ ਤੁਸੀਂ ਵਚਨ ਸੁਣਨਾ। ਹੁਣ ਇੱਧਰ ਉੱਧਰ ਕੋਈ ਧਿਆਨ ਨਹੀਂ ਦੇਣਾ। ਠੀਕ ਹੈ, 9 ਅਧਿਆਏ ਕਿੰਨੀਆਂ ਪੜ੍ਹ ਰਹੇ ਹਾਂ? 17 ਫੇਰ ਪੜ੍ਹੋ। ਅਤੇ ਨਾ ਨਵੀਂ ਮੈਂ ਨੂੰ ਪੁਰਾਣੀਆਂ ਮਸਕਾਂ ਵਿੱਚ ਭਰਦੇ ਹਨ। ਹਾਂ, ਲਿਖਿਆ ਨਵੀਂ ਮੈਂ ਨੂੰ ਪੁਰਾਣੀਆਂ ਮਸਕਾਂ ਦੇ ਵਿੱਚ ਨਹੀਂ ਭਰਦੇ, ਨਹੀਂ ਤਾਂ ਮਸਕਾਂ ਪਾਟ ਜਾਂਦੀਆਂ। ਨਹੀਂ ਤਾਂ ਮਸਕਾਂ ਕੀ ਹੁੰਦੀਆਂ ਨੇ? ਪਾੜ ਜਾਂਦੀਆਂ। ਪਾੜ ਜਾਂਦੀਆਂ ਨੇ। ਅਤੇ ਮੈਂ ਵਗ ਜਾਂਦੀ ਮੈਂ ਵਗ ਜਾਂਦੀ ਹੈ ਅਤੇ ਮਸਕਾਂ ਦਾ ਨਾਸ ਹੋ ਜਾਂਦਾ ਹੈ। ਮਸਕਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਪਰ ਨਵੀਂ ਮੈਂ ਨਵੀਆਂ ਮਸਕਾਂ ਵਿੱਚ ਭਰਦੇ ਹਨ। ਨਵੀਂ ਮੈਂ ਨਵੀਆਂ ਮਸਕਾਂ ਦੇ ਵਿੱਚ ਭਰਦੇ ਨੇ, ਸੋ ਉਹ ਦੋਵੇਂ ਬਚ ਰਹਿੰਦੀਆਂ ਹਨ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਹ ਤੁਸੀਂ ਬਹੁਤ ਵੱਡੀ ਪੜ੍ਹੀ ਆ, ਪਰ ਇਹਦਾ ਮਤਲਬ ਸਾਨੂੰ ਸਮਝ ਆਉਣਾ ਚਾਹੀਦਾ। ਸਮਝਾਊਗਾ ਕੌਣ? ਪਰਮੇਸ਼ਰ ਦਾ ਪਵਿੱਤਰ ਆਤਮਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਔਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਆਤਮਾ ਆ ਉਹ ਤੇ ਜ਼ਰੂਰ ਪ੍ਰਭੂ ਦੇ ਵਚਨ ਨੂੰ ਸਮਝਣਗੇ, ਪਰ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਆਤਮਾ ਨਹੀਂ ਆ ਉਹ ਖੁਦਾ ਦੇ ਵਚਨ ਨੂੰ ਕਦੀ ਵੀ ਨਹੀਂ ਸਮਝ ਸਕਦੇ। ਪਿਆਰੇ ਭੈਣੋ ਭਰਾਵੋ, ਅੱਜ ਵੀ ਬਹੁਤ ਸਾਰੇ ਲੋਕ ਆ ਜਿਹੜੇ ਖੁਦਾ ਦੇ ਵਚਨ ਨੂੰ ਨਹੀਂ ਸਮਝਦੇ। ਵੇਖੋ, ਆਪਾਂ ਕੁਝ ਖੁਦਾ ਦੇ ਵਚਨ ਦੇ ਵਿੱਚੋਂ ਐਤਾਂ ਨੂੰ ਲੈ ਕੇ ਚੱਲਾਂਗੇ, ਕਿਉਂਕਿ ਇਹ ਜਿਹੜੀਆਂ ਐਤਾਂ ਪੜ੍ਹਾਈਆਂ ਜਾਂਦੀਆਂ ਨੇ, ਵਚਨ ਪੜ੍ਹਾਇਆ ਜਾਂਦਾ, ਇਹਨਾਂ ਦੇ ਉੱਤੇ ਤੁਸੀਂ ਗੌਰ ਕਰਿਆ ਕਰੋ ਕਿ ਖੁਦਾ ਦਾ ਵਚਨ ਸਾਨੂੰ ਕੀ ਦੱਸ ਰਿਹਾ ਹੈ। ਹੁਣ ਸਮਾਂ ਜਿਹੜਾ ਹੈ ਬਹੁਤ ਥੋੜਾ ਰਹਿ ਗਿਆ ਹੈ। ਪ੍ਰਭੂ ਯਿਸੂ ਮਸੀਹ ਦਾ ਨਹੀਂ ਕੋਈ ਪਤਾ ਵੀ ਉਹ ਕਿਹੜੇ ਵੇਲੇ ਆ ਜੇ। ਉਹ ਅੱਜ ਹੁਣ ਐਸੇ ਵਕਤ ਵੀ ਆ ਸਕਦਾ ਹੈ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਾਨੂੰ ਤਿਆਰੀ ਦੇ ਵਿੱਚ ਰਹਿਣਾ ਚਾਹੀਦਾ ਹੈ। ਪਹਿਲਾ ਕਰੰਥੀਆਂ ਕੱਢੋ। ਇਹ ਜਿਹੜੀ ਐਤ ਪੜ੍ਹੀ ਆਪਾਂ ਇਹਦਾ ਮਤਲਬ ਸਮਝਾਂਗੇ, ਪਰ ਪਹਿਲੋਂ ਆਪਾਂ ਦਾਇਰਾ ਬਣਾ ਲਈਏ। ਇਹਨੂੰ ਆਪਾਂ ਸਮਝ ਕਿੱਦਾਂ ਸਕਦੇ ਹਾਂ, ਇਸ ਗੱਲ ਨੂੰ ਆਪਾਂ ਜਾਣਨਾ ਹੈ। ਪਹਿਲਾ ਕਰੰਥੀਆਂ 2 ਅਧਿਆਏ ਦੀ 10 ਐਤ ਪੜ੍ਹੋ। ਉਹਨਾਂ ਨੂੰ ਪਰਮੇਸ਼ਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ। ਲਿਖਿਆ ਉਹਨਾਂ ਨੂੰ ਪਰਮੇਸ਼ਵਰ ਨੇ ਸਾਡੇ ਉੱਤੇ ਤਾਰੀਫ ਹਾਲੇਲੂਇਆ। ਤਾਰੀਫ, ਧੰਨਵਾਦ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪੜ੍ਹੋ ਇਸ ਐਤ ਨੂੰ। ਉਹਨਾਂ ਨੂੰ ਪਰਮੇਸ਼ਰ ਨੇ ਆਤਮਾ ਦੁਆਰਾ ਉਹਨਾਂ ਨੂੰ ਪਰਮੇਸ਼ਰ ਨੇ ਆਤਮਾ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ। ਕਾਹਦੇ ਦੁਆਰਾ? ਆਤਮਾ ਦੁਆਰਾ। ਹੁਣ ਤੁਸੀਂ ਇਹ ਗੱਲ ਸੋਚਣੀ ਹੈ ਕਿ ਪ੍ਰਭੂ ਦਾ ਆਤਮਾ ਤੁਹਾਡੇ ਵਿੱਚ ਹੈਗਾ। ਆਪਾਂ ਉਹ ਜਿਹੜੀ ਐਤ ਪਿੱਛੇ ਪੜ੍ਹ ਕੇ ਆਏ ਨਾ, ਮੈਂ ਮਸਕਾਂ ਪਾੜ ਜਾਂਦੀਆਂ ਨੇ,
ਉਹ ਬਾਅਦ ਚ ਵੇਖਾਂਗੇ। ਪਹਿਲਾਂ ਆਪਾਂ ਦਾਇਰੇ ਦੇ ਵਿੱਚ ਆ ਜਾਈਏ। ਇੱਥੇ ਲਿਖਿਆ ਕਿ ਇਹ ਗੱਲਾਂ ਜਿਹੜੀਆਂ ਵਾ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਸਮਝੀਆਂ ਜਾਂਦੀਆਂ। ਆਪਾਂ ਇਹ ਨੋਟ ਕਰਨਾ ਕਿ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਹੈਗਾ ਹੈ। ਅੱਗੇ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੁਣ ਹੈ। ਬਾਈਬਲ ਦੇ ਵਿੱਚ ਬੜੀਆਂ ਡੂੰਘੀਆਂ ਗੱਲਾਂ ਨੇ ਜਿਨ੍ਹਾਂ ਦੀ ਅਸੀਂ ਜਾਂਚ ਕਰਨੀ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਹੁਣ ਬੱਚਾ ਜਦੋਂ ਦਾਖਲ ਕਰਾਈਦਾ ਉਦੋਂ ਨਰਸਰੀ ਦੇ ਵਿੱਚ ਕਰਾਈਦਾ, ਉਦੋਂ ਊੜਾ ਐੜਾ ਜਾਂ ABC ਸਿੱਖਦਾ ਹੈ ਜਾਂ ਪੋਇਮਾ ਸਿੱਖਦਾ ਹੈ। ਪਰ ਜਦੋਂ +2 ਦੇ ਵਿੱਚ ਹੋ ਜਾਂਦਾ ਤੇ ਉਦੋਂ ਇਹ ਚੀਜ਼ਾਂ ਨੂੰ ਸਿਖਾਉਣ ਦੀ ਲੋੜ ਹੈ। ਉਦੋਂ ਉਹਨੂੰ ਥੋੜਾ ਜਿਹਾ ਹਾਈ ਲੈਵਲ ਦੀਆਂ ਕਿਤਾਬਾਂ ਦਿੱਤੀਆਂ ਜਾਂਦੀਆਂ। ਆ ਭੈਣ ਪੜ੍ਹਦੀ ਆ, ਕਿੰਨਵੀਂ ਪੜ੍ਹਦੀ ਭੈਣ? ਮੈਂ ਡਿਪਲੋਮਾ ਕਰਨੀ ਕੰਪਿਊਟਰ। ਡਿਪਲੋਮਾ ਕਰਨ ਦੀ ਤੇ ਪੜ੍ਹਾਈ ਸੌਖੀ ਆ? ਹੋਰ ਤਾਂ ਸਮਝ 'ਚ ਨਹੀਂ ਆਉਂਦੀ ਹੋਣੀ ਵੀ ਆ ਕੀ ਆ, ਸਮਝ 'ਚ ਨਹੀਂ ਆਉਂਦਾ। ਸਾਰੇ ਬੋਲੋ ਹਾਲੇਲੂਇਆ। ਹੁਣ ਤੁਸੀਂ ਵੀ ਨਰਸਰੀ 'ਚ ਹੀ ਰਹਿਣਾ ਕਿ ਡਿਪਲੋਮਾ ਕਰਨਾ ਹੈ? ਕਿੰਨੇ ਸਾਲ ਹੋ ਗਏ ਨਰਸਰੀ ਦੇ ਵਿੱਚ? ਕਿੰਨੇ ਸਾਲ ਹੋ ਗਏ ਉਹੋ ਹੀ ਆਪਾਂ ਸਿੱਖੀ ਜਾਂਦੇ ਆ। ਤੋਬਾ ਕਰ ਲੋ ਏ, ਹੈ ਰੋਜ਼ਾ ਰੱਖ ਲੋ, ਦਸਵੰਧ ਦੇ ਦੋ, ਬਲਗੀਆਂ ਕਰਾ ਲੋ, ਇੱਕੋ ਹੀ ਗੱਲ ਆਪਾਂ ਸਿੱਖੀ ਜਾਂਦੇ। ਪਰ ਪਰਮੇਸ਼ਰ ਦੇ ਵਚਨ ਦੇ ਵਿੱਚ ਹੋਰ ਵੀ ਬਹੁਤ ਕੁਝ ਹੈਗਾ ਆ ਜਿਹੜਾ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਅਸੀਂ ਇਹਨਾਂ ਗੱਲਾਂ ਨੂੰ ਸਮਝਣਾ ਆ ਕਿ ਖੁਦਾ ਦਾ ਵਚਨ ਸਾਨੂੰ ਕੀ ਸਿਖਾ ਰਿਹਾ ਆ। ਹਾਈ ਲੈਵਲ ਦਾ ਵਚਨ ਜਿਹੜਾ ਵਾ ਆਪਾਂ ਸਿੱਖਣਾ। ਜਦੋਂ ਵੱਡੀ ਕਲਾਸ 'ਚ ਹੋ ਜਾਂਦੇ ਨਾ ਫਿਰ ਵੱਡੀਆਂ ਗੱਲਾਂ ਹੀ ਸਿੱਖਣੀਆਂ ਨੇ। ਸਾਰੇ ਬੋਲੋ ਹਾਲੇਲੂਇਆ। ਲਿਖਿਆ ਡੂੰਘੀਆਂ ਗੱਲਾਂ ਦੀ ਜਾਂਚ ਕਰ ਲੈਂਦਾ ਹੈ। ਜਦੋਂ ਇੱਕ ਛੋਟਾ ਬੱਚਾ ਹੁੰਦਾ ਵਾ ਉਦੋਂ ਅੰਗੂਠਾ ਚੁੰਗਦਾ ਨਾ, ਹੈ ਨਾ, ਬੋਤਲ ਦੇ ਨਾਲ ਦੁੱਧ ਵੀ ਪੀਂਦਾ। ਪਰ ਜਦੋਂ ਵੱਡਾ ਹੋ ਜਾਂਦਾ ਉਦੋਂ ਦੁੱਧ ਪੀਂਦਾ, ਉਦੋਂ ਵੱਡੀਆਂ ਚੀਜ਼ਾਂ ਖਾਂਦਾ, ਉਹ ਮੀਟ ਖਾਂਦਾ। ਫਿਰ ਸਾਰੇ ਬੋਲੋ ਹਾਲੇਲੂਇਆ। ਇਸੇ ਤਰ੍ਹਾਂ ਅੱਜ ਤੁਸੀਂ ਵੀ ਪਿਆਰੇ ਭੈਣੋ ਭਰਾਵੋ ਪ੍ਰਭੂ ਦੇ ਵਿੱਚ ਵਧਣਾ ਆ। ਇਹ ਨਹੀਂ ਵੀ ਉਹੋ ਹੀ ਗੱਲਾਂ ਆਪਾਂ ਕਰਦੇ ਰਹੀਏ, ਉਹੋ ਹੀ ਹਰ ਐਤਵਾਰ ਉਹੋ ਹੀ ਕੁਝ ਹੋਵੇ ਤੇ ਨਵੀਂ ਗੱਲ ਆਪਾਂ ਕੋਈ ਸਿੱਖੀਏ ਨਾ। ਜੋ ਕੁਝ ਵੀ ਖੁਦਾ ਦੇ ਵਚਨ 'ਚ ਆਪਾਂ ਸਿੱਖਣਾ ਤੇ ਉਸ ਵਚਨ ਦੇ ਨਾਲ ਚੱਲਣਾ ਹੈ। ਲਿਖਿਆ ਪਰਮੇਸ਼ਰ ਦਾ ਆਤਮਾ ਡੂੰਘੀਆਂ ਗੱਲਾਂ ਦੀ ਜਾਂਚ ਕਰ ਲੈਂਦਾ ਹੈ। ਅੱਗੇ ਮਨੁੱਖ ਦੀ ਆਤਮਾ ਤੋਂ ਬਿਨਾਂ ਜੋ ਉਹਦੇ ਅੰਦਰ ਹੈ, ਮਨੁੱਖਾਂ ਵਿੱਚ ਮਨੁੱਖ ਦੀਆਂ ਗੱਲਾਂ ਕੌਣ ਜਾਣ ਸਕਦਾ ਹੈ? ਹਾਂਜੀ। ਇਸੇ ਪ੍ਰਕਾਰ ਪਰਮੇਸ਼ਰ ਦੀ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਕੋਈ ਨਹੀਂ ਜਾਣਦਾ। ਆਹ ਗੱਲਾਂ ਕਿਹਨੇ ਲਿਖੀਆਂ ਬਾਈਬਲ 'ਚ? ਪਰਮੇਸ਼ਰ ਦੇ ਆਤਮਾ ਨੇ। ਇਹਨੂੰ ਜਾਣ ਵੀ ਕੌਣ ਸਕਦਾ ਵਾ? ਪਰਮੇਸ਼ਰ ਦਾ। ਜੇ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ ਹੋਏਗਾ ਤੇ ਤੁਸੀਂ ਪ੍ਰਭੂ ਦੇ ਵਚਨ ਦੀਆਂ ਗੱਲਾਂ ਨੂੰ ਜਾਣੋਗੇ। ਸਾਰੇ ਬੋਲੋ ਹਾਲੇਲੂਇਆ। ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਗੇ ਪਰ ਸਾਨੂੰ ਜਗਤ ਦਾ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ਰ ਤੋਂ ਹੈ। ਸਾਨੂੰ ਜਗਤ ਦਾ ਆਤਮਾ ਨਹੀਂ ਮਿਲਿਆ, ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ਰ ਤੋਂ ਹੈ। ਅੱਗੇ ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ। ਉਹਨਾਂ ਪਦਾਰਥਾਂ ਨੂੰ, ਇਹਦੇ ਵਿੱਚ ਬਾਈਬਲ ਦੇ ਵਿੱਚ ਬੜੇ ਤਗੜੇ ਪਦਾਰਥ ਆ ਜਿਹੜੇ ਪਰਮੇਸ਼ਵਰ ਨੇ ਸਾਡੇ ਲਈ ਰੱਖੇ ਆ। ਸਾਰੇ ਬੋਲੋ ਹਾਲੇਲੂਇਆ। ਖਜ਼ਾਨਾ ਬਾਈਬਲ। ਕੀ ਆਪਾਂ ਇਹਦੀ ਖੋਜ ਨਹੀਂ ਕਰਨੀ? ਕੀ ਆਪਾਂ ਜਾਣਨਾ ਨਹੀਂ? ਇਸ ਚੀਜ਼ ਦਾ ਕੀ ਮਤਲਬ ਆ, ਇਸ ਚੀਜ਼ ਦਾ ਕੀ ਮਤਲਬ ਆ, ਇਸ ਚੀਜ਼ ਦਾ ਕੀ ਮਤਲਬ ਆ? ਸਾਨੂੰ ਸਾਰਾ ਕੁਝ ਜਾਣਨ ਦੀ ਜ਼ਰੂਰਤ ਆ। ਇਹ ਨਹੀਂ ਕਿ ਆਪਾਂ ਇਹਨੂੰ ਪੜ੍ਹ ਲਿਆ ਜੀ, ਠੀਕ ਹੈ ਜੀ, ਸਮਝ ਆਈ ਨਹੀਂ, ਕੋਈ ਗੱਲ ਨਹੀਂ। ਜਿਹੜੀ ਨਹੀਂ ਸਮਝ ਆਈ ਆਪਾਂ ਕਹਿ ਦਈਏ ਇਹ ਤੇ ਐਵੇਂ ਲਿਖੀ ਹੈ ਗੱਲ ਹੈ। ਬਾਈਬਲ ਦੇ ਵਿੱਚ ਕੋਈ ਗੱਲ ਐਵੇਂ ਨਹੀਂ ਲਿਖੀ। ਸਾਰੀਆਂ ਗੱਲਾਂ ਸਾਡੇ ਲਈ ਲਿਖੀਆਂ ਨੇ ਤੇ ਸਾਨੂੰ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਆ। ਹਾਂਜੀ ਅੱਗੇ ਜਿਹੜੇ ਪਰਮੇਸ਼ਰ ਨੇ ਸਾਨੂੰ ਬਖਸ਼ੇ ਹਨ। ਇਹ ਪਰਮੇਸ਼ਰ ਨੇ ਸਾਨੂੰ ਬਖਸ਼ੀਆਂ। ਹਾਂਜੀ ਅਸੀਂ ਇਹਨਾਂ ਗੱਲਾਂ ਨੂੰ ਮਾਨਸ ਗਿਆਨ ਦੀਆਂ ਦੱਸੀਆਂ ਹੋਈਆਂ। ਇਹਨੂੰ ਆਪਣੇ ਦਿਮਾਗ ਦੇ ਨਾਲ ਆਪਾਂ ਨਹੀਂ ਜਾਣ ਸਕਦੇ। ਅੱਗੇ ਸ਼ਬਦਾਂ ਨਾਲ ਨਹੀਂ, ਹਾਂਜੀ। ਸਗੋਂ ਆਤਮਾ ਦੀਆਂ ਦੱਸੀਆਂ ਹੋਈਆਂ ਸ਼ਬਦਾਂ ਨਾਲ, ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਨ। ਸਾਰੇ ਬੋਲੋ ਹਾਲੇਲੂਇਆ। ਸਮਝ ਗਏ ਕਿ ਆਪਾਂ ਪ੍ਰਭੂ ਦੇ ਵਚਨ ਦੇ ਗਿਆਨ ਦੀਆਂ ਗੱਲਾਂ ਜਿਹੜੀਆਂ ਆਪਾਂ ਕਿੱਦਾਂ ਸਿੱਖ ਸਕਦੇ ਹਾਂ। ਜੇ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ ਹੋਏਗਾ ਤੇ ਤੁਸੀਂ ਖੁਦਾ ਦੇ ਵਚਨ ਦੀਆਂ ਗੱਲਾਂ ਨੂੰ ਸਿੱਖ ਸਕਦੇ ਹੋ। ਪਰ ਜੇ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ ਨਹੀਂ ਆ ਤੇ ਤੁਸੀਂ ਕਦੀ ਵੀ ਪਰਮੇਸ਼ਰ ਦੀਆਂ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰੋਗੇ। ਅੱਜ ਵੇਖੋ ਕਿੰਨਿਆਂ ਨੂੰ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਦੱਸੀਆਂ ਜਾਂਦੀਆਂ, ਉਹ ਕਬੂਲ ਕਰਦੇ? ਕਈ ਜਾਂਦੇ ਆ ਨਹੀਂ, ਪਾਸਟਰ ਬੋਲਦਾ ਰਹਿੰਦਾ, ਚਲੋ ਇੱਥੋਂ ਜਾਓ ਪਰਾਂ, ਹੋਰ ਕਿਤੇ ਜਾਂਦੇ ਆ। ਕਿਉਂਕਿ ਉਹਨਾਂ ਅੰਦਰ ਪਰਮੇਸ਼ਰ ਦਾ ਆਤਮਾ ਨਹੀਂ ਆ ਤੇ ਉਹ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦੇ। ਜੇ ਸਾਡੇ ਅੰਦਰ ਪਰਮੇਸ਼ਰ ਦਾ ਆਤਮਾ ਹੋਏਗਾ ਤੇ ਅਸੀਂ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਨੂੰ ਕੀ ਕਰਾਂਗੇ?
ਕਬੂਲ ਕਰਾਂਗੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਹੁਣ ਹੋਈ ਨੇ ਮੈਂ ਵਚਨ ਸੁਣਾਈ ਜਾਣਾ ਤੁਹਾਨੂੰ ਹੋਰ 5000 ਮੁਰਗਾ ਤੇ 5 ਰੋਟੀਆਂ ਹੀ ਉਹਦੇ ਕੋਲ। ਇਹ ਬਹੁਤ ਵਾਰ ਤੁਸੀਂ ਸੁਣ ਚੁੱਕੇ ਜੀ। ਹੁਣ ਥੋੜਾ ਜਿਹਾ ਹਾਈ ਲੈਵਲ ਤੇ ਆਓ। ਇਹਦੇ ਲਈ ਤੁਹਾਨੂੰ ਥੋੜਾ ਜਿਹਾ ਜ਼ੋਰ ਲਾਉਣਾ ਪਵੇਗਾ ਕਿ ਆਪਾਂ ਇਹਨਾਂ ਗੱਲਾਂ ਨੂੰ ਕਿੱਦਾਂ ਸਮਝਣਾ ਹੈ, ਕਿੱਦਾਂ ਜਾਣਨਾ ਹੈ। ਸਾਰੇ ਬੋਲੋ ਹਾਲੇਲੂਇਆ। ਇਹਨਾਂ ਨੂੰ ਜਾਣੋ ਖੁਦਾ ਦੇ ਵਚਨ ਨੂੰ ਕਿ ਖੁਦਾ ਦਾ ਵਚਨ ਕੀ ਕਹਿੰਦਾ ਹੈ, ਕੀ ਸਿਖਾਉਂਦਾ ਖੁਦਾ ਦਾ ਵਚਨ। ਦੇਖੋ ਅੱਜ ਬਹੁਤ ਸਾਰੀਆਂ ਭੀੜਾਂ ਨੇ, ਪਰ ਸਾਰੇ ਦੇ ਸਾਰੇ ਸਵਰਗ ਰਾਜ ਵਿੱਚ ਨਹੀਂ ਚੱਲਦੇ। ਉਹ ਸਵਰਗ ਰਾਜ ਵਿੱਚ ਜਾਣੇ ਨੇ ਜਿਹੜੇ ਪ੍ਰਭੂ ਦੇ ਵਚਨ ਦੀਆਂ ਗੱਲਾਂ ਨੂੰ ਸਮਝਦੇ। ਦੇਖੋ ਆਪਾਂ ਹੋਰ ਵਚਨ ਦੇ ਵਿੱਚ ਪੜਾਂਗੇ। ਤੁਸੀਂ ਯੋਹਨਾ ਦੀ ਨੀਂਹ ਸੇਵ ਹੈ, ਯੋਹਨਾ ਦੀ ਨੀਂਹ ਸੇਵ ਹੈ, ਉਹਦੀ ਇੱਕ ਐਪ ਪੜੋ। ਇਹਦੇ ਪਿੱਛੋਂ ਯਿਸੂ ਗਲੀਲ ਦੀ ਅਰਥਾਤ ਤਿਬਰਿਆਸ ਦੀ ਝੀਲੋਂ ਪਾਰ ਚਲਿਆ ਗਿਆ ਅਤੇ ਵੱਡੀ ਭੀੜ ਉਹਦੇ ਮਗਰ ਹੋ ਤੁਰੀ। ਲਓ ਵੀ ਯਿਸੂ ਮਸੀਹ ਦੇ ਮਗਰ ਕਿਹੜੀ ਭੀੜ ਹੋ ਚੱਲੀ? ਵੱਡੀ ਭੀੜ ਹੈ। ਸਾਰੇ ਬੋਲੋ ਹਾਲੇਲੂਇਆ। ਬਹੁਤ ਵੱਡੀ ਭੀੜ ਯਿਸੂ ਮਸੀਹ ਦੇ ਮਗਰ ਆ ਗਈ। ਹੁਣ ਭੀੜ ਦੀ ਗਿਣਤੀ ਤੁਹਾਨੂੰ ਦੱਸ ਦਿੰਦੇ ਹਾਂ। ਇਹਦੀ ਕਾਸ ਐਪ ਪੜੋ। ਤਾਂ ਯਿਸੂ ਨੇ ਆਖਿਆ, ਲੋਕਾਂ ਨੂੰ ਬਿਠਾ ਦਿਓ। ਹਾਂਜੀ ਉਹ ਥਾਂ ਬਹੁਤ ਘਾਹ ਸੀ। ਹਾਂਜੀ। ਸੋ ਮਰਦ ਜੋ ਗਿਣਤੀ ਵਿੱਚ 5,000 ਤੱਕ ਲਓ ਬੈਠ ਵੀ ਗਏ। ਕੱਲੇ ਮਰਦਾਂ ਦੀ ਗਿਣਤੀ ਦੱਸੀ ਗਈ ਆ। ਕੱਲੇ ਮਰਦ ਕਿੰਨੀ ਗਿਣਤੀ ਉਹਨਾਂ ਦੀ? 5,000 5000। ਸਾਰੇ ਬੋਲੋ ਹਾਲੇਲੂਇਆ। ਹੁਣ 5000 ਮਰਦ ਆ ਤੇ 5000 ਹੀ ਭੈਣਾਂ ਨਾਲ। ਵੈਸੇ ਭੈਣਾਂ ਦੀ ਗਿਣਤੀ ਜਾਂਦੀ ਸੀ ਬੰਦਿਆਂ ਨਾਲ। ਇਹ ਤੋਂ ਭੈਣਾਂ ਜਾਂਦੀ ਭਾਈ ਘਰ। ਹਾਂਜੀ। ਔਰ ਆਪਾਂ ਅੱਧੋ ਅੱਧ ਕਰ ਲੈਨੇ ਵੀ 5000 ਭੈਣ ਭਾਈ ਹੋ ਗਏ ਤੇ 5000 ਭੈਣਾਂ। ਇੱਕ ਉਹਨਾਂ ਦਾ ਬੱਚਾ ਵੀ ਆਇਆ ਹੋਏਗਾ। ਕਿੰਨੇ ਹੋ ਗਏ? 15,000। 15000 ਦੀ ਭੀੜ ਜਿਹੜੀ ਆ ਉਹ ਪ੍ਰਭੂ ਯਿਸੂ ਮਸੀਹ ਦੇ ਮਗਰ ਆ ਰਹੀ ਆ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਨੇ ਸਾਰਿਆਂ ਨੂੰ ਸੁਣਿਆ? ਨਹੀਂ। ਕੀ ਉਹ ਸਾਰੇ ਪ੍ਰਭੂ ਦਾ ਵਚਨ ਸੁਣਾਏ? ਨਹੀਂ। ਆਪਾਂ ਇਹ ਗੱਲਾਂ ਨੋਟ ਕਰਨੀਆਂ ਕਿ ਉਹ ਪ੍ਰਭੂ ਯਿਸੂ ਮਸੀਹ ਦੇ ਮਗਰ ਕਿਉਂ ਆਏ। ਪਿਆਰੇ ਭੈਣੋ ਭਰਾਵੋ, ਜਦੋਂ ਆਤੇ ਹੀ ਸੰਗੀ ਕਰਦੇ ਆ, ਪਹਿਲੋਂ ਜਵਾਨ ਕਰ ਘੰਟੇ ਗੀਤ ਬੋਲਦੇ ਆ, ਫਿਰ ਵਚਨ ਸੁਣਦੇ ਆ, ਹੈ ਨਾ। ਯਿਸੂ ਮਸੀਹ ਦੇ ਟਾਈਮ ਤੇ ਵੀ ਏਦਾਂ ਹੁੰਦਾ ਹੋਊਗਾ ਕਿ ਨਹੀਂ? ਉਸ ਟਾਈਮ ਤੇ ਵੀ ਸਾਥ ਹੁੰਦੇ, ਗੀਤ ਵੀ ਬੋਲੇ ਜਾਂਦੇ। ਤਾਂ ਉਹਨਾਂ ਨੇ ਕਿੰਨੇ ਗੀਤ ਲਿਖੇ? ਜਿਹੜੀ 5000 ਦੀ ਭੀੜ ਆਈ ਉਹਦੇ ਵਿੱਚ ਬੜੇ ਵੰਨ ਸੁਵੰਨੇ ਲੋਕ ਆਏ ਹੋਣਗੇ। ਕੁਝ ਲੋਕ ਜਿਹੜੇ ਆ ਨਾ ਉਹ ਘਰ ਔਰ ਮੁੰਜੇ ਲੈ ਕੇ ਆਏ ਹੋਣੇ ਕਿ ਅੱਜ ਯਿਸੂ ਮਸੀਹ ਦੀ ਮੈਂ ਬੰਦੇ ਤੇ ਚੱਲਿਆ ਆ, ਉੱਥੇ ਮੈਂ ਜਾ ਕੇ ਗੀਤ ਬੋਲਣਾ ਹੈ। ਉਹਨਾਂ ਦੀ ਦਿਮਾਗ ਦੀ ਸੋਚ ਪਤਾ ਕੀ ਆ? ਉਹਨਾਂ ਦੀ ਦਿਮਾਗ ਦੀ ਸੋਚ ਇਹ ਆ ਵੀ 5000 ਜਿਹੜੀ ਭੀੜ ਆ, ਜਦੋਂ ਅਸੀਂ ਉਹਨਾਂ ਦੇ ਸਾਹਮਣੇ ਗੀਤ ਬੋਲਾਂਗੇ ਤੇ ਸਾਡੀ ਚਰਚਾ ਹੋਊਗੀ। ਲੋਕ ਸਾਨੂੰ ਜਾਣਨਗੇ ਵੀ ਵਾਹ ਇਹਦੀ ਬਾਤ ਬੜੀ ਹਾਰਮੋਨੀਅਮ ਬੜਾ ਵਧੀਆ ਵਜਾਉਂਦਾ। ਫਿਰ ਸਾਨੂੰ ਹੋਰ ਕਨਵੈਨਸ਼ਨਾਂ ਦੇ ਵਿੱਚ ਬੁਲਾਉਣਗੇ, ਹੈ ਨਾ। ਪਰ ਜੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਨਾ ਯਿਸੂ ਨੇ ਵਚਨ ਕੀ ਇਹੋ ਉਹਨਾਂ ਨੂੰ ਪਤਾ ਲੱਗਣਾ ਇਹ ਗੀਤ ਕਿਹੜਾ ਬੋਲ ਕੇ ਆਏ ਆ। ਕੁਝ ਲੋਕ ਸਿਰਫ ਗੀਤ ਬੋਲਣ ਗਏ ਯਿਸੂ ਮਸੀਹ ਦੀ ਮੀਟਿੰਗ 'ਚ। ਸਾਰੇ ਬੋਲੋ ਹਾਲੇਲੂਇਆ। ਉਹਦੇ ਪਾਸਟਰ ਵੀ ਤੇ ਗਏ ਹੋਣਗੇ ਉਸ ਟਾਈਮ, ਬੜੇ ਪ੍ਰਤੀਨਿਧੀ ਹੈਗੇ। ਉਹ ਯਿਸੂ ਮਸੀਹ ਦੇ ਲਾਗੇ ਹੋ ਕੇ ਬੈਠੇ ਹੋਣੇ, ਹੈ ਨਾ। ਸਾਰੇ ਬੋਲੋ ਹਾਲੇਲੂਇਆ। ਅੱਜ ਜਦੋਂ ਕੋਈ ਆ ਜਾਏ ਨਾ ਵੱਡਾ ਪ੍ਰਚਾਰਕ, ਤੇ ਕਈ ਬੜੇ ਉਹਦੇ ਨਾਲ ਤੁਰ ਕੇ ਵੀਡੀਓ ਬਣਾਉਂਦੇ ਆ, ਫੋਟੋਆਂ ਵੀ ਖਿਚਵਾਉਂਦੇ ਆ ਕਿ ਇਹ ਪ੍ਰਚਾਰਕ ਆਇਆ ਤੇ ਲੋਕਾਂ ਨੂੰ ਪਤਾ ਲੱਗੇ ਕਿ ਆਹ ਬੰਦਾ ਉਹਦੇ ਨਾਲ ਤੁਰਿਆ। ਮਸ਼ਹੂਰੀ ਲਈ ਆਪਣੀ ਮਸ਼ਹੂਰੀ ਲਈ। ਅੱਜ ਕਈ ਪ੍ਰਚਾਰਕ ਇਹੋ ਜਿਹੇ ਉਹ ਹੈਗੇ ਜਿਹੜੇ ਯਿਸੂ ਮਸੀਹ ਦੇ ਨਾਲ ਜੁੜ ਕੇ ਬੈਠੇ ਆ। ਹਾਲੇਲੂਇਆ। ਆਪਣੀ ਮਸ਼ਹੂਰੀ ਕਰਾਉਣ ਲਈ, ਹਾਂਜੀ। ਤਾਂ ਕਿ ਲੋਕ ਸਾਨੂੰ ਜਾਣਨ ਵੀ ਅਸੀਂ ਵੀ ਪਾਸਟਰ ਬਣ ਗਏ ਆ। ਸਾਰੇ ਬੋਲੋ ਹਾਲੇਲੂਇਆ। ਅਸਲ ਵਿੱਚ ਪਾਸਟਰ ਉਹ ਹੈਗੇ ਨਹੀਂ, ਆਪਣੇ ਆਪ ਨੂੰ ਜੋੜ ਕੇ ਭਾਉਂਦੇ ਆ ਵੀ ਆਪਾਂ ਪਾਸਟਰ ਆ, ਪਰ ਅਸਲ ਵਿੱਚ ਪਾਸਟਰ ਉਹ ਨਹੀਂ ਆ, ਸਿਰਫ ਆਪਣੀ ਮਸ਼ਹੂਰੀ ਦੇ ਲਈ। ਔਰ ਕੁਝ ਹੋਰ ਵੀ ਲੋਕ ਗਏ, ਕੁਝ ਲੋਕ ਤਾਂ ਫੋੜੇ ਫਿੰਮਣੀਆਂ ਠੀਕ ਕਰਵਾਉਣਗੇ। ਕਿਉਂ ਬਈ? ਇਹੋ ਜਿਹੇ ਲੋਕ ਵੀ ਤਾਂ ਗਏ ਹੋਣਗੇ ਨਾ ਹਾਂਜੀ ਹਾਂਜੀ। ਵੀ ਸਾਡੇ ਫੋੜੇ ਠੀਕ ਹੋ ਜਾਣ, ਫਿੰਮਣੀਆਂ ਠੀਕ ਹੋ ਜਾਣ, ਬੱਚਾ ਹੋ ਜੇ। ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨਾ ਭੀੜਾਂ ਯਿਸੂ ਮਸੀਹ ਦੇ ਮਗਰ ਆਉਂਦੀਆਂ ਨੇ, ਐਸ ਕਰਕੇ ਯਿਸੂ ਮਸੀਹ ਦੇ ਮਗਰ ਆਉਂਦੇ ਆ। ਹਾਂਜੀ। ਕੁਝ ਲੋਕ ਉਹ ਵੀ ਹੋਣਗੇ ਵੀ ਚੱਲ ਰੌਣਕ ਮੇਲਾ ਵੇਖ ਕੇ ਆਉਂਦੇ ਆ, ਸਾਡਾ ਪਾਸਟਰ ਤੇ ਵਧੀਆ ਵਚਨ ਸੁਣਾਉਂਦਾ ਨਹੀਂ, ਚੱਲ ਆਪਾਂ ਜਾਂਦੇ ਆ ਉਧਰ ਬੜੀ ਭੀੜ ਆ।
ਆ ਮਲਕਾ ਨੂੰ ਇੱਕ ਦਿਨ ਇੱਕ ਭੈਣ ਆਂਦੀ ਆਪਾਂ ਉੱਥੇ ਬੰਦਗੀ ਤੇ ਚੱਲੀਏ, ਵੇਖੀ ਉੱਥੇ ਭੀੜ ਬੜੀ। ਮਲਕਾ ਆਂਦੀ ਮੈਂ ਭੀੜ ਵੇਖਣ ਜਾਣਾ ਉੱਥੇ, ਤੂੰ ਭੀੜ ਵੇਖਣ ਜਾਂਦੀ ਉੱਥੇ। ਅੱਜ ਬੜੇ ਲੋਕ ਜਿਹੜੇ ਭੀੜ ਵੇਖਣ ਜਾਂਦੇ ਆ, ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਇਹ ਨੋਟ ਕਰੀ ਜਾਣਾ ਵੀ ਤੁਸੀਂ ਕਿਤੇ ਇਹੋ ਜਿਹੇ ਨਹੀਂ ਜੇ ਕਿਤੇ ਉੱਥੇ ਹਾਰਮੋਨੀਅਮ ਨਾਲ ਗੀਤ ਬੋਲਣ ਤਾਂ ਨਹੀਂ ਗਏ ਵੀ ਮੈਂ ਆਪਣੀ ਚਰਚਾ ਕਰਾਵਾਂ, ਜਾਂ ਇਹ ਤਾਂ ਨਹੀਂ ਵਿਖਾਉਣ ਗਏ ਵੀ ਮੈਂ ਵੀ ਹੁਣ ਪਾਸਟਰ ਬਣ ਗਿਆ, ਜਾਂ ਫੋੜੇ ਫਿਮਣੀਆਂ ਠੀਕ ਤਾਂ ਨਹੀਂ ਕਰਾਉਣ ਗਏ। ਯਿਸੂ ਮਸੀਹ ਨੇ ਉੱਥੇ ਲੰਗਰ ਵੀ ਲਾਇਆ, ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਇਹ ਕੀ ਕਰਨ ਗਏ? ਲੰਗਰ ਹੀ ਖਾਣ ਗਏ। ਚੱਲ ਹੋਰ ਵੀ ਕੋਈ ਤਾਂ ਰੋਟੀਆਂ ਤੇ ਖਾਵਾਂਗੇ ਜੀ। ਹਾਂਜੀ ਬੜੀ ਭੀੜ ਹੀ ਯਿਸੂ ਮਸੀਹ ਦੇ ਮਗਰ। ਪਰ ਵੇਖੋ ਪਿਆਰੇ ਭੈਣੋ ਭਰਾਓ, ਪ੍ਰਭੂ ਆਪਣੀ ਛਾਨਣੀ ਫੇਰਦਾ ਆ। ਪ੍ਰਭੂ ਆਪਣੀ ਕੀ ਫੇਰਦਾ? ਛਾਨਣੀ। ਰੇਤ ਜਦੋਂ ਲੈ ਕੇ ਆਉਂਦੇ ਜੇ ਮਿਸਤਰੀ ਨੇ ਪਲਸਤਰ ਕਰਨਾ ਹੁੰਦਾ, ਉਹ ਛਾਨਣੀ ਫੇਰਦਾ ਉਹਨੂੰ। ਹਾਂਜੀ ਛਾਨਣੀ ਦੇ ਵਿੱਚੋਂ ਰੇਤ ਥੱਲੇ ਰਹਿ ਜਾਂਦੀ ਹੈ, ਤੇ ਗੀਟੇ ਬੀਟੇ ਜਿਹੜੇ ਹੋਰ ਕੋਈ ਕੱਖ ਕਾਣ ਜਿਹੜੇ ਨਾ ਉੱਤੇ ਰਹਿ ਜਾਂਦੇ ਆ, ਉਹਨੂੰ ਸਾਈਡ ਦੇ ਉੱਤੇ ਸੁੱਟ ਦਈਦਾ ਆ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਇਹ ਵੇਖਣਾ ਵੀ ਵਧੀਆ ਕਿਹੜਾ ਆ, ਹਾਲੇਲੂਇਆ, ਕੱਖ ਕਾਣ ਕਿਹੜਾ, ਗੀਟੇ ਕਿਹੜੇ ਆ। ਹਾਂਜੀ ਜਿਹੜਾ ਵਧੀਆ ਹੋਏਗਾ ਨਾ ਉਹ ਹੀ ਸਵਰਗ ਰਾਜ ਵਿੱਚ ਜਾਏਗਾ। ਹਾਲੇਲੂਇਆ। ਵੇਖੋ ਪਿਆਰੇ ਭੈਣੋ ਭਰਾਓ, ਜਦੋਂ ਕਣਕ ਜਿਹੜੀ ਆ ਜਦੋਂ ਛੱਟੀ ਜਾਂਦੀ ਆ, ਕਣਕ ਦਾ ਜ਼ਿਆਦਾ ਢੇਰ ਹੁੰਦਾ ਕਿ ਤੂੜੀ ਦਾ? ਤੂੜੀ ਦਾ ਜ਼ਿਆਦਾ ਢੇਰ ਹੁੰਦਾ ਜੇ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਅੱਜ ਵੀ ਨਰਕ ਵਿੱਚ ਜਾਣ ਵਾਲਿਆਂ ਦਾ ਜ਼ਿਆਦਾ ਢੇਰ ਦੇ, ਪਰ ਜਿਹੜੇ ਵਚਨ ਨੂੰ ਸੁਣਨ ਵਾਲੇ, ਵਚਨ ਨੂੰ ਪਸੰਦ ਕਰਨ ਵਾਲੇ, ਉਹਨਾਂ ਦਾ ਢੇਰ ਘੱਟ ਜੇ। ਵਚਨ ਨੂੰ ਸੁਣਨ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ। ਵੇਖੋ ਯਿਸੂ ਮਸੀਹ ਨੇ ਆਪਣੀ ਛਾਨਣੀ ਫੇਰੀ। ਇੱਥੇ ਕੀ ਹੋਇਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਖਿਆ ਮੈਂ ਤੇ ਪਿਤਾ ਇੱਕ ਆ, ਤੇ ਜਿਹੜੇ 5000 ਜਾਣੇ ਸੀ ਉਹ ਕੀ ਹੋਏ? ਉਹ ਭੱਜ ਗਏ। ਉਹ ਆਂਦੇ ਵੀ ਲਾਏ ਜੋ ਹੋਈ, ਇਹ ਤੇ ਆਪਣੇ ਆਪ ਨੂੰ ਰੱਬ ਬਣਾਉਣ ਲੱਗ ਪਿਆ। ਉਹਨਾਂ ਨੇ ਯਿਸੂ ਮਸੀਹ ਦੀ ਗੱਲਬਾਤ ਹੀ ਨਹੀਂ ਸੁਣੀ ਤੇ ਯਿਸੂ ਮਸੀਹ ਤੋਂ ਦੂਰ ਹੋ ਗਏ। 70 ਚੇਲੇ ਹੋਰ ਸੀ ਪ੍ਰਭੂ ਯਿਸੂ ਮਸੀਹ ਦੇ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। 70 ਤੇ 12 ਕਿੰਨੇ ਹੋ ਗਏ? 82 ਚੇਲੇ ਸੀ ਪ੍ਰਭੂ ਯਿਸੂ ਮਸੀਹ ਦੇ। ਔਰ ਜਿਹੜੇ 70 ਚੇਲੇ ਸੀ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਆਖਿਆ ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋਗੇ ਠੀਕ, ਤੁਸੀਂ ਮੇਰੇ ਚੇਲੇ ਜੀ। ਔਰ ਇਹਦੀ ਵੇਖੋ 24 ਆਇਤ ਵੀ ਪੜੋ। ਸੋ ਜਾਂ ਉਹਨਾਂ ਲੋਕਾਂ ਨੇ ਵੇਖਿਆ ਹਾਂਜੀ ਜੋ ਇੱਥੇ ਨਾ ਯਿਸੂ ਹੈ ਅਤੇ ਨਾ ਉਹਦੇ ਚੇਲੇ ਹਨ। ਲਓ ਵੀ ਲੋਕ ਯਿਸੂ ਮਸੀਹ ਨੂੰ ਲੱਭਣ ਲੱਗ ਪਏ, ਕਹਿੰਦੇ ਵੀ ਨਾ ਇੱਥੇ ਯਿਸੂ ਆ ਤੇ ਨਾ ਉਹਦੇ ਚੇਲੇ ਆ। ਹਾਂਜੀ ਤਾਂ ਉਹਨਾਂ ਬੇੜੀਆਂ ਉੱਤੇ ਚੜੇ ਹਰ ਯਿਸੂ ਦੀ ਭਾਲ ਵਿੱਚ ਕਫਰਨਹੂਮ ਨੂੰ ਆਏ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਯਿਸੂ ਦੀ ਭਾਲ ਨੂੰ ਕਿੱਥੇ ਆਏ? ਕਫਰਨਹੂਮ। ਅੱਜ ਵੀ ਯਿਸੂ ਦੀ ਭਾਲ ਕਰਦੇ ਨਾ ਲੋਕ। ਪਹਿਲਾਂ ਰੋਟੀਆਂ ਰਾਟੀਆਂ ਖਾਧੀਆਂ ਉੱਥੇ ਯਿਸੂ ਮਸੀਹ ਦੇ ਕੋਲੋਂ। ਹੁਣ ਜਦੋਂ ਯਿਸੂ ਮਸੀਹ ਕਿਤੇ ਇੱਧਰ ਉੱਧਰ ਗਿਆ ਹੋਏਗਾ ਦੁਆ ਪ੍ਰਾਰਥਨਾ ਕਰਨ ਦੇ ਲਈ, ਉਹਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅੱਜ ਵੀ ਲੋਕ ਲੱਭਣ ਲਈ ਜਾਂਦੇ ਆ ਨਾ। ਯਿਸੂ ਮਸੀਹ ਨੇ ਆਖਿਆ ਕੋਈ ਤੁਹਾਨੂੰ ਕਹੇਗਾ ਮਸੀਹ ਇੱਥੇ ਆ, ਮਸੀਹ ਉੱਥੇ ਆ, ਪਰ ਤੁਸੀਂ ਨਾ ਜਾਣਾ ਨਹੀਂ ਜਾਣਾ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਅੱਜ ਵੀ ਲੋਕ ਲੱਭਦੇ ਆ। ਕੋਈ ਲੱਭਦਾ ਜਲੰਧਰ ਤੇ ਕੋਈ ਲੱਭਦਾ ਚੰਡੀਗੜ੍ਹ, ਕੋਈ ਲੱਭਦਾ ਫਤਿਹਗੜ੍ਹ ਚੂੜੀਆਂ ਵਾਲਾ ਤੇ ਕੋਈ ਕਿਸੇ ਪਾਸੇ ਲੱਭਦਾ ਆ। ਪਰ ਯਿਸੂ ਮਸੀਹ ਗਵਾਚਾ ਨਹੀਂ। ਗਵਾਚੇ ਦੇ ਲੋਕ ਆ, ਆਪ ਗਵਾਚੇ ਆ, ਪਰ ਸਮਝਦੇ ਯਿਸੂ ਮਸੀਹ ਗਵਾਚ ਗਿਆ। ਲਓ ਵੀ ਯਿਸੂ ਮਸੀਹ ਉਹਨਾਂ ਨੂੰ ਮਿਲਿਆ ਤੇ ਕੀ ਹੋਇਆ? ਪੜੋ। ਅਤੇ ਉਹਨਾਂ ਨੇ ਉਸ ਝੀਲ ਦੇ ਪਾਰ ਲੱਭ ਕੇ ਉਸ ਨੂੰ ਆਖਿਆ ਹਾਂਜੀ ਸਵਾਮੀ ਜੀ ਤੂੰ ਇੱਥੇ ਕਦੋਂ ਆਇਆ? ਲਓ ਵੀ ਯਿਸੂ ਨੂੰ ਕਹਿੰਦੇ ਸਵਾਮੀ ਜੀ ਤੂੰ ਇੱਥੇ ਕਦੋਂ ਆਇਆ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਹਾਂਜੀ ਤੁਸੀਂ ਮੈਨੂੰ ਇਸ ਲਈ ਨਹੀਂ ਭਾਲਦੇ ਯਿਸੂ ਆਂਦਾ ਤੁਸੀਂ ਮੈਨੂੰ ਇਸ ਲਈ ਨਹੀਂ ਭਾਲਦੇ ਜੋ ਤੁਸੀਂ ਨਿਸ਼ਾਨ ਵੇਖੇ, ਤੁਸੀਂ ਨਿਸ਼ਾਨ ਵੇਖੇ, ਪਰ ਇਸ ਲਈ ਜੋ ਤੁਸੀਂ ਉਹਨਾਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਆਂਦਾ ਤੁਸੀਂ ਮੈਨੂੰ ਇਸ ਕਰਕੇ ਲੱਭਦੇ ਜੇ ਤੁਸੀਂ ਉਹ ਰੋਟੀਆਂ ਖਾ ਕੇ ਰੱਜ ਗਏ ਜੇ। ਹਾਂਜੀ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਯਿਸੂ ਮਸੀਹ ਨੂੰ ਲੱਭਦੇ ਆ, ਪਰ ਪਿਆਰੇ ਭੈਣੋ ਭਰਾਵੋ ਯਿਸੂ ਮਸੀਹ ਗਵਾਚਾ ਨਹੀਂ। ਯਿਸੂ ਮਸੀਹ ਸਾਡੇ ਕੋਲ ਆ। ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ, ਉਹਦੇ ਨਾਮ ਦੀ ਵਡਿਆਈ ਕਰਨੀ ਚਾਹੀਦੀ ਹੈ। ਔਰ ਇਹਦੀ 35 ਆਇਤ ਪੜੋ। ਜਦੋਂ ਪ੍ਰਭੂ ਨੇ ਉਹਨਾਂ ਨੂੰ ਵਚਨ ਸੁਣਾਇਆ, ਪ੍ਰਭੂ ਨੇ ਆਖਿਆ ਮੈਂ ਤੇ ਪਿਤਾ ਇੱਕ ਆ, ਉਹ ਬੜੇ ਗੁੱਸੇ ਦੇ ਨਾਲ ਭਰ ਗਏ ਤੇ ਦੇਖੋ ਕੀ ਹੋਇਆ। ਹਾਂਜੀ ਯਿਸੂ ਨੇ ਉਹਨਾਂ ਨੂੰ ਆਖਿਆ ਹਾਂਜੀ ਜੀਵਨ ਦੀ ਰੋਟੀ ਮੈਂ ਹਾਂ। ਇੱਥੋਂ ਗੱਲ ਵਿਗੜੀ। ਜਦੋਂ ਯਿਸੂ ਮਸੀਹ ਨੇ ਉਹਨਾਂ ਨੂੰ ਆਖਿਆ ਜੀਵਨ ਦੀ ਰੋਟੀ ਮੈਂ ਹਾਂ। ਜਦੋਂ ਉਹਨੇ ਆਖਿਆ ਜੀਵਨ ਦੀ ਰੋਟੀ ਮੈਂ, ਤੇ ਇਹ ਆਂਦੇ ਲੋਕ ਆਂਦੇ ਲੈ ਇਹ ਤੇ ਆਪਣੇ ਆਪ ਨੂੰ ਆਂਦਾ ਜੀਵਨ ਦੀ ਰੋਟੀ ਮੈਂ। ਅੱਗੇ ਜੋ ਮੇਰੇ ਕੋਲ ਹੁੰਦਾ ਹੈ
ਉਹ ਮੂਲੋਂ ਭੁੱਖਾ ਨਾ ਹੋਵੇਗਾ ਹਾਂਜੀ। ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਕਦੇ ਹੋਵੇਗਾ। ਵੀ ਧਿਆਨ ਨਹੀਂ ਹੋਵੇਗਾ ਤੇ ਕਦੇ ਵੀ ਭੁੱਖਾ ਨਹੀਂ ਹੋਏਗਾ। ਜਿਹੜਾ ਪ੍ਰਭੂ ਯਿਸੂ ਮਸੀਹ ਨੇ ਜਦੋਂ ਆਹ ਗੱਲ ਕਹੀ, ਇਹਦੀ 41 ਆਇਤ ਪੜੋ। ਉਪਰੰਤ ਯਹੂਦੀ ਉਸ ਉੱਤੇ ਬੁੜਬੁੜਾਉਣ ਲੱਗੇ। ਯਹੂਦੀ ਉਹਦੇ ਉੱਤੇ ਕੀ ਕਰਨ ਲੱਗੇ? ਬੁੜਬੁੜਾਉਣ ਲੱਗੇ। ਇੰਨੀ ਤਗੜੀ ਭੀੜ ਸੀ, ਸਾਰੇ ਭੱਜ ਗਏ ਤੇ ਉਹਦੇ ਉੱਤੇ ਬੜਬੜਾਉਣ ਲੱਗੇ। ਹਾਂਜੀ। ਇਸ ਲਈ ਜੋ ਉਹਨੇ ਇਹ ਆਖਿਆ ਸੀ ਬਈ ਜਿਹੜੀ ਰੋਟੀ ਸਵਰਗੋਂ ਉਤਰੀ ਉਹ ਮੈਂ ਹਾਂ। ਹਾਂਜੀ। ਅਤੇ ਉਹ ਬੋਲੇ ਭਲਾ ਇਹ ਯੂਸਫ ਦਾ ਪੁੱਤਰ ਯਿਸੂ ਨਹੀਂ ਹਾਂਜੀ। ਜਿਹਦੇ ਮਾਪਿਓ ਨੂੰ ਅਸੀਂ ਜਾਣਦੇ ਹਾਂ। ਹਾਂਜੀ। ਹੁਣ ਉਹ ਕਿਸ ਤਰ੍ਹਾਂ ਆਖਦਾ ਹੈ ਜੋ ਮੈਂ ਸਵਰਗੋਂ ਉਤਰਿਆ ਹਾਂ। ਇਸ ਗੱਲ ਦੀ ਉਹਨਾਂ ਨੂੰ ਸਮਝ ਨਹੀਂ ਲੱਗੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਤੁਸੀਂ ਨੇ ਆਖਿਆ ਤੁਸੀਂ ਧਰਤੀ ਦੇ ਜੇ, ਤਾਈਓ ਧਰਤੀ ਦੀਆਂ ਗੱਲਾਂ ਕਰਦੇ ਜੇ, ਤੇ ਮੈਂ ਸਵਰਗ ਦੀਆਂ ਗੱਲਾਂ ਕਰਦਾ ਆ। ਤੁਸੀਂ ਧਰਤੀ ਦੇ ਜੇ, ਤੁਸੀਂ ਧਰਤੀ ਦੀਆਂ ਗੱਲਾਂ ਨੂੰ ਸਮਝਦੇ ਜੇ। ਮੈਂ ਸਵਰਗ ਦਾ ਆ, ਤਾਈਓ ਤੁਹਾਨੂੰ ਪਰਮੇਸ਼ਰ ਦੇ ਰਾਜ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜੇ ਆਪਾਂ ਸਵਰਗ ਦੀਆਂ ਗੱਲਾਂ ਸਮਝਣੀਆਂ ਨੇ ਤੇ ਸਾਡੇ ਅੰਦਰ ਪਰਮੇਸ਼ਰ ਦਾ ਆਤਮਾ ਚਾਹੀਦਾ। ਮੰਨ ਲਓ ਕਿ ਬੰਦੇ ਨੇ ਇੰਗਲੈਂਡ ਜਾਣਾ ਹੋਵੇ ਤੇ ਇੰਗਲੈਂਡ 'ਚ ਕਿਹੜੀ ਭਾਸ਼ਾ ਹੈ? ਪੰਜਾਬੀ ਤਾਂ ਉੱਥੇ ਚੱਲਦੀ ਨਹੀਂ, ਉਹਨੂੰ ਅੰਗਰੇਜ਼ੀ ਸਿੱਖਣੀ ਪਊਗੀ, ਫਿਰ ਹੀ ਉੱਥੇ ਜਾ ਸਕਦਾ। ਇਸੇ ਤਰ੍ਹਾਂ ਜੇ ਆਪਾਂ ਸਵਰਗ ਰਾਜ ਵਿੱਚ ਜਾਣਾ ਤੇ ਸਾਨੂੰ ਸਵਰਗ ਰਾਜ ਦੀ ਬੋਲੀ ਆਉਣੀ ਚਾਹੀਦੀ ਆ। ਸਾਡੇ ਵਿੱਚ ਸਵਰਗ ਰਾਜ ਦਾ ਜਿਹੜਾ ਆਤਮਾ ਹੈ ਉਹ ਸਾਡੇ ਵਿੱਚ ਹੋਣਾ ਚਾਹੀਦਾ ਹੈ, ਫਿਰ ਹੀ ਆਪਾਂ ਉਸ ਸਵਰਗ ਰਾਜ ਵਿੱਚ ਜਾ ਸਕਦੇ ਹਾਂ। ਵੇਖੋ ਜਦੋਂ ਅਸੀਂ ਇਹਦੀ 48 ਆਇਤ ਪੜ੍ਹਦੇ ਹਾਂ। ਹਾਂਜੀ। ਜੀਵਨ ਦੀ ਰੋਟੀ ਮੈਂ ਹਾਂ। ਹਾਂਜੀ। ਤੁਹਾਡਿਆਂ ਪਿਓ ਦਾਦਿਆਂ ਨੇ ਉਜਾੜ ਵਿੱਚ ਮਨ ਖਾਦਾ। ਚਲੋ ਆਪਾਂ ਸ਼ਾਰਟਕਟ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਖਿਆ ਜੀਵਨ ਦੀ ਰੋਟੀ ਮੈਂ ਆ, ਔਰ ਇਸ ਗੱਲ ਦਾ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ। ਬਹੁਤ ਸਾਰੇ ਲੋਕ ਜਿਹੜੇ ਆ ਪ੍ਰਭੂ ਤੋਂ ਦੂਰ ਹੋ ਗਏ। ਫਿਰ 70 ਚੇਲੇ ਹੋਰ ਰਹਿ ਗਏ। ਜਿਹੜੇ 70 ਚੇਲੇ ਹੋਰ ਰਹਿ ਗਏ, ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਕਹੀ, ਪਰਖਣ ਦੇ ਲਈ ਇੱਕ ਗੱਲ ਕਹੀ ਕਿ ਇਹ ਭਲਾ ਸਮਝਦੇ ਆ। ਅੱਜ ਅਸੀਂ ਖੁਦਾ ਦੀ ਹਰ ਇੱਕ ਗੱਲ ਨੂੰ ਸਮਝਣਾ ਹੈ, ਕਿਉਂਕਿ ਇਹ ਸਵਰਗ ਦੀਆਂ ਗੱਲਾਂ ਹੈ, ਇਹ ਕੋਈ ਮਾਮੂਲੀ ਗੱਲਾਂ ਨਹੀਂ ਆ। ਠੀਕ ਹੈ ਜੀ। ਔਰ ਵੇਖੋ ਇਹਦੀ 53 ਆਇਤ ਪੜੋ। ਤਦ ਯਿਸੂ ਨੇ ਉਹਨਾਂ ਨੂੰ ਆਖਿਆ ਹਾਂਜੀ। ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ। ਠਹਿਰੋ, ਇਸ ਗੱਲ ਨੂੰ ਧਿਆਨ ਦੇ ਨਾਲ ਸੁਣੋ। ਹੁਣ ਪ੍ਰਭੂ ਯਿਸੂ ਮਸੀਹ ਨੇ ਜਿਹੜੇ 70 ਰਹਿ ਗਏ ਆ ਉਹਨਾਂ ਨੂੰ ਵੇਖੋ ਕਿਹੜੀ ਗੱਲ ਕਹੀ ਹੈ। ਹਾਂਜੀ। ਤਦ ਯਿਸੂ ਨੇ ਉਹਨਾਂ ਨੂੰ ਆਖਿਆ ਤਦ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ। ਤੁਹਾਡੇ ਵਿੱਚ ਜੀਵਨ ਨਹੀਂ ਹੈ। ਉਹ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਉਹ ਆਂਦੇ ਬਈ ਆ ਕਿਹੋ ਜਿਹਾ ਬੰਦਾ ਵਾ, ਹੁਣ ਇਹ ਆਂਦਾ ਵੀ ਮੇਰਾ ਲਹੂ ਤੇ ਮੇਰਾ ਮਾਂਸ ਵੀ ਖਾਓ ਪੀਓ ਤੁਸੀਂ। ਹਾਂਜੀ। ਉਹਨਾਂ ਦੀ ਸਮਝ ਦੇ ਵਿੱਚ ਹੀ ਨਹੀਂ ਗੱਲ ਆਈ, ਕਿਉਂਕਿ ਪ੍ਰਭੂ ਆਤਮਿਕ ਗੱਲਾਂ ਕਰਨ ਲਿਆ ਕਰਨਾ। ਔਰ ਵੇਖੋ ਇਹਦੀ 60 ਹੈ। ਹਾਂਜੀ। ਇਸ ਲਈ ਉਹਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਹਾਂਜੀ। ਜੋ ਇਹ ਔਖੀ ਗੱਲ ਹੈ। ਉਹਦੇ ਚੇਲੇ ਕੀ ਆਂਦੇ? ਇਹ ਕਿਹੜੀ ਗੱਲ ਆ? ਔਖੀ ਗੱਲ ਹੈ। ਔਖੀ ਗੱਲ ਆ। ਆਪਾਂ ਕਿੱਦਾਂ ਇਹਨਾਂ ਨੂੰ ਸਮਝ ਸਕਦੇ ਆ? ਪਰ ਸਮਝ ਤਦ ਸਕਦੇ ਆ ਜੇ ਪਰਮੇਸ਼ਰ ਦਾ ਆਤਮਾ ਹੋਏਗਾ। ਉਹ ਆਂਦੇ ਔਖੀ ਗੱਲ ਆ, ਉਹਨੂੰ ਛੱਡ ਕੇ ਤੇ ਚਲੇ ਗਏ। ਔਰ ਜਦੋਂ ਛੱਡ ਕੇ ਚਲੇ ਗਏ ਤੇ ਇਹਦੀ 66 ਵੀ ਪੜੋ। ਇਸ ਗੱਲ ਤੋਂ ਉਹਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਂਹ ਨੂੰ ਫਿਰ ਗਏ ਬਹੁਤੇ ਪਛਾਣ ਨੂੰ ਫਿਰ ਗਏ ਅਤੇ ਮੁੜ ਉਹਦੇ ਨਾਲ ਨਾ ਚੱਲੇ। ਮੁੜ ਕੇ ਪ੍ਰਭੂ ਦੇ ਨਾਲ ਨਾ ਚੱਲੇ। ਉਪਰੰਤ ਯਿਸੂ ਨੇ ਉਹਨਾਂ 12 ਨੂੰ ਆਖਿਆ ਯਿਸੂ ਨੇ ਉਹਨਾਂ 12 ਨੂੰ ਆਖਿਆ ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ? ਯਿਸੂ ਨੇ ਆਖਿਆ ਤੁਸੀਂ ਵੀ ਜਾਣਾ ਚਾਹੁੰਦੇ ਜੇ? ਸ਼ਮੂਨ ਪਤਰਸ ਨੇ ਉਹਨੂੰ ਉੱਤਰ ਦਿੱਤਾ ਹਾਂਜੀ। ਪ੍ਰਭੂ ਜੀ ਅਸੀਂ ਕਿਹਦੇ ਕੋਲ ਜਾਈਏ? ਹਾਂਜੀ। ਦੀਪਕ ਜਿਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। ਹਾਂਜੀ। ਹਰ ਅਸਾਂ ਤਾਂ ਨਿਸ਼ਚਾ ਕੀਤੀ ਹਾਂਜੀ। ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ। ਹਾਂਜੀ। ਯਿਸੂ ਨੇ ਉਹਨਾਂ ਨੂੰ ਅੱਗੋਂ ਆਖਿਆ ਹਾਂਜੀ। ਕੀ ਮੈਂ ਤੁਸਾਂ 12 ਨੂੰ ਨਹੀਂ ਚੁਣਿਆ ਹਾਂਜੀ। ਅਤੇ ਤੁਹਾਡੇ ਵਿੱਚੋਂ ਇੱਕ ਜਣਾ ਸ਼ੈਤਾਨ ਹੈ। ਤੁਹਾਡੇ ਵਿੱਚੋਂ ਇੱਕ ਕੀ ਆ? ਸ਼ੈਤਾਨ ਹੈ। ਹੁਣ ਕਿੰਨੇ ਰਹਿ ਗਏ? ਪਹਿਲਾਂ ਕਿੰਨੇ? 82 15,000। ਸ਼ੁਰੂ ਤੋਂ ਪੜ੍ਹ ਕੇ ਵੇਖੋ ਸਾਰੇ ਅਧਿਆਏ ਨੂੰ। 5,000 ਮਰਦਾਂ ਦੀ ਗਿਣਤੀ ਦੱਸੀ ਆ ਜਿਹੜੇ ਵਚਨ ਸੁਣਨ ਆਏ। ਜਦੋਂ ਯਿਸੂ ਨੇ ਆਖਿਆ ਨਾ ਮੈਂ ਜੀਵਨ ਦੀ ਰੋਟੀ ਆ, ਉਹ ਵੀ ਭੱਜ ਗਏ। ਬਾਕੀ 70 ਚੇਲੇ ਉਹ ਤੇ 12 ਚੇਲੇ ਉਹ ਜਿਨ੍ਹਾਂ ਨੂੰ ਪ੍ਰਭੂ ਨੇ ਘਲਾਇਆ ਸੀ ਕਿ ਜਾ ਕੇ ਤੁਸੀਂ ਵੱਡੇ ਵੱਡੇ ਕੰਮ ਕਰੋ, ਰੋਗੀਆਂ ਨੂੰ ਚੰਗੇ ਕਰੋ ਔਰ ਭੂਤਾਂ ਨੂੰ ਕੱਢੋ। ਉਹਨਾਂ ਨੇ ਭੂਤ ਵੀ ਕੱਢੇ ਜਾ ਕੇ। ਵਿੱਚ ਯਹੂਦਾ ਇਸਕਰਜੋਤੀ ਸੀ, ਉਹਨੇ ਵੀ ਭੂਤ ਕੱਢੇ ਸੀ ਜਾ ਕੇ। ਸਾਰੇ ਬੋਲੋ ਹਾਲੇਲੂਇਆ।
ਪਰ ਜਦੋਂ ਪ੍ਰਭੂ ਨੇ ਆਖਿਆ ਕਿ ਜੇ ਤੁਸੀਂ ਮੇਰਾ ਲਹੂ ਤੇ ਮੇਰਾ ਮਾंस ਨਾ ਖਾਓ ਤੇ ਤੁਸੀਂ ਸਵਰਗ 'ਚ ਨਹੀਂ ਜਾ ਸਕਦੇ, ਉਹ 70 ਜਿਹੜੇ ਸੀ ਉਹ ਵੀ ਕੀ ਹੋ ਗਏ? ਭੱਜ ਗਏ। ਤੇ ਪ੍ਰਭੂ ਨੇ 12 ਨੂੰ ਵੀ ਕੀ ਆਖਿਆ? ਤੁਸੀਂ ਵੀ ਚੱਲ ਜਾਓ। ਉਹ 12 ਗਏ ਨਹੀਂ। ਨਹੀਂ। ਯਿਸੂ ਮਸੀਹ ਨੇ ਆਖਿਆ ਤੁਹਾਡੇ ਵਿੱਚੋਂ ਇੱਕ ਜਿਹੜਾ ਨਾ ਉਹ ਸ਼ੈਤਾਨ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਅੱਜ ਵੀ ਪਿਆਰੇ ਭੈਣੋ ਭਰਾਵੋ, ਸ਼ੈਤਾਨ ਜਿਹੜਾ ਹੈ ਇਹ ਪ੍ਰਭੂ ਜਿਹੜਾ ਉਹ ਵੱਡੀ ਭੀੜ ਦੇ ਵਿੱਚ ਨਹੀਂ ਰਹਿੰਦਾ। ਆਪਾਂ ਭੀੜਾਂ ਲੱਭਦੇ ਆ। ਅੱਜ ਲੋਕ ਭੀੜਾਂ ਵੇਂਦੇ ਆ ਨਾ ਕਿ ਕਿੱਥੇ ਜਿਆਦੀ ਭੀੜ ਆ, ਆਪਾਂ ਉੱਥੇ ਜਾਈਏ। ਹੈ ਰੱਬ ਭੀੜਾਂ 'ਚ ਨਹੀਂ ਰਹਿੰਦੇ। ਅੱਜ ਵੇਖੋ ਉੱਥੇ ਅੰਕਲ ਨਰੂਲਾ ਜੀ ਦੇ ਕਿੰਨੀ ਭੀੜ ਆ। ਤੁਸੀਂ ਕੀ ਸੋਚਦੇ ਸਾਰੇ ਸਵਰਗ ਹੀ ਜਾਣ ਵਾਲੇ ਨੇ? ਕੁਝ ਲੋਕ ਉੱਥੇ ਮੇਲਾ ਵੇਲਾ ਵੇਖਣ ਆਏ ਨੇ, ਠੀਕ ਹੈ ਜੀ। ਕੁਝ ਲੋਕ ਜਿਹੜੇ ਨਾ ਫੋੜੇ ਪਿੰਪਣੀਆਂ ਬਸ ਠੀਕ ਕਰਾ ਲਓ ਜੀ ਬਸ, ਇਸ ਲਈ ਉਹ ਸਵਰਗ ਰਾਜ ਵਿੱਚ ਨਹੀਂ ਜਾ ਸਕਦੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਰ ਜਿਹੜੇ ਰੀਝ ਨਾਲ ਖੁਦਾ ਦਾ ਵਚਨ ਸੁਣਦੇ ਨੇ ਉਹ ਸਵਰਗ ਰਾਜ ਵਿੱਚ ਜਾਣਗੇ, ਕਿਉਂਕਿ ਖੁਦਾ ਦਾ ਵਚਨ ਜ਼ਿੰਦਗੀ ਆ। ਹੁਣ ਆਪਾਂ ਉਸ ਆਇਤ ਵੱਲ ਲਾਈਏ ਜਿਹੜੀ ਮੱਤੀ ਦੀ ਇੰਜੀਲ 9:17, ਉਹਨੂੰ ਆਪਾਂ ਸਮਝੀਏ ਵੀ ਉਹ ਕਿਹੜੀ ਗੱਲ ਲਿਖੀ ਗਈ ਆ। ਮੱਤੀ 9:17 ਫਿਰ ਪੜੋ। ਅਤੇ ਨਾ ਨਵੀਂ ਮੈਂ ਨੂੰ ਪੁਰਾਣੀਆਂ ਮਸਕਾਂ ਵਿੱਚ ਭਰਦੇ ਲਿਖਿਆ ਹਨ। ਨਵੀਂ ਮੈਂ ਨੂੰ ਪੁਰਾਣੀਆਂ ਮਸਕਾਂ ਦੇ ਵਿੱਚ ਨਹੀਂ ਭਰਦੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਮੈਂ ਖੁਦਾ ਦਾ ਵਚਨ ਆ। ਹਾਲੇਲੂਇਆ। ਮਸਕਾਂ ਜਿਹੜੀਆਂ ਨਾ ਉਹ ਸਾਡਾ ਸਰੀਰ ਆ। ਸਮਝ ਗਏ ਜੀ? ਹਾਂਜੀ। ਹੁਣ ਲਿਖਿਆ ਪੁਰਾਣੀਆਂ ਮਸਕਾਂ ਦੇ ਵਿੱਚ ਨਵੀਂ ਮੈਂ ਨੂੰ ਨਹੀਂ ਭਰਦੇ। ਜੇ ਤੁਸੀਂ ਪੁਰਾਣੇ ਹੋਗੇ ਤੇ ਆ ਵਚਨ ਖੁਦਾ ਦਾ ਤੁਹਾਡੇ ਅੰਦਰ ਜਾਏਗਾ। ਹਾਂਜੀ, ਜੇ ਤੁਸੀਂ ਮੰਨ ਲਓ ਚਰਚ ਤੇ ਆ ਗਏ ਜੇ, ਬਹੁਤ ਸਾਰੇ ਲੋਕ ਚਰਚ ਆ ਜਾਂਦੇ ਆ ਪਰ ਕੰਮ ਉਹਨਾਂ ਦੇ ਕੀ ਹੁੰਦੇ ਆ? ਜਿੱਦਾਂ ਚਰਚ ਚੋਂ ਬਾਹਰ ਨਿਕਲਦੇ ਕੰਮ ਉਹਨਾਂ ਦੇ ਉਦਾਂ ਦੇ ਹੁੰਦੇ, ਮਾੜੇ ਹੀ ਹੁੰਦੇ ਆ। ਉਹ ਫੇਰ ਨਿੰਦਿਆ, ਚੁਗਲੀ, ਬੀੜੀਆਂ, ਸਿਗਰਟਾਂ, ਸ਼ਰਾਬ, ਤਮਾਕੂ ਸਾਰਾ ਕੁਝ ਉਦਾਂ ਹੀ ਚੱਲਦਾ। ਤੇ ਜਿੰਨਾ ਚਿਰ ਚਰਚ ਦੇ ਵਿੱਚ ਆਉਂਦੇ ਆ ਉਹ ਵੀ ਵਿਖਾਉਂਦੇ ਆ ਅਸੀਂ ਬੜੇ ਬੰਦਗੀ ਕਰਨ ਵਾਲੇ, ਬੜੀ ਭਗਤੀ ਕਰਨ ਵਾਲੇ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਹ ਐਤ ਨੂੰ ਧਿਆਨ ਨਾਲ ਪੜੋ ਤੇ ਧਿਆਨ ਦੇ ਨਾਲ ਸੁਣੋ। ਹਾਂਜੀ, ਤਾਂ ਮਸਕਾਂ ਪੜ ਜਾਂਦੀਆਂ ਤੇ ਜੇ ਅਸੀਂ ਪੁਰਾਣੀਆਂ ਮਸਕਾਂ ਦੇ ਵਿੱਚ ਨਵੀਂ ਮੈਂ ਭਰਨ ਦੀ ਕੋਸ਼ਿਸ਼ ਕਰਾਂਗੇ ਤੇ ਮਸਕਾਂ ਕੀ ਹੋ ਜਾਣਗੀਆਂ? ਪੜ ਜਾਂਦੀਆਂ। ਅੱਜ ਮੈਂ ਤੁਹਾਨੂੰ ਇਹ ਵਚਨ ਸੁਣਾਉਣਾ ਕਿੱਦਾਂ ਲੋਕ ਪਾਠਦੇ ਆ। ਪਾਠਦੇ ਦਾ ਕਹਿਣ ਦਾ ਮਤਲਬ ਵੀ ਕਿੱਦਾਂ ਲੋਕ ਪਾਸਟਰ ਦੇ ਖਿਲਾਫ ਬੋਲਦੇ ਆ ਤੇ ਪਰਮੇਸ਼ਰ ਦੇ ਖਿਲਾਫ ਬੋਲਦੇ, ਕਿਉਂਕਿ ਨਵੇਂ ਨਹੀਂ ਨਾ ਬਣਾਉਂਦੇ ਆਪਣੇ ਆਪ ਨੂੰ। ਜੇ ਨਵੇਂ ਬਣੇ ਹੋਣ ਤੇ ਫੇਰ ਹੀ ਖੁਦਾ ਦਾ ਵਚਨ ਉਹਨਾਂ ਦੇ ਅੰਦਰ ਜਾਵੇ। ਨਹੀਂ ਤੇ ਉਹਨਾਂ ਨੇ ਕਹਿਣਾ ਲੈ ਪਾਸਟਰ ਨੇ ਸਾਨੂੰ ਆਹ ਕਹਿਤਾ, ਪਾਸਟਰ ਨੇ ਸਾਨੂੰ ਉਹ ਕਹਿਤਾ। ਪਾਸਟਰ ਕੌਣ ਹੁੰਦਾ? ਕਹਿਣ ਵਾਲਾ। ਕਹਿਣ ਵਾਲਾ ਖੁਦਾ ਦਾ ਵਚਨ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਿਆਰੇ ਭੈਣੋ ਭਰਾਵੋ, ਜੇ ਅਸੀਂ ਚਾਹੁੰਦੇ ਖੁਦਾ ਦਾ ਵਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆਵੇ ਤੇ ਸਾਨੂੰ ਆਪਣੇ ਆਪ ਨੂੰ ਨਵਾਂ ਬਣਾਉਣ ਦੀ ਜ਼ਰੂਰਤ ਆ। ਨਵੇਂ ਕਿੱਦਾਂ ਬਣੋਗੇ ਤੁਸੀਂ? ਪਹਿਲਾਂ ਇਸ ਆਇਤ ਨੂੰ ਪੂਰਾ ਪੜ੍ਹ ਲਓ। ਅਤੇ ਮੈਂ ਵਗ ਜਾਂਦੀ ਹਾਂਜੀ। ਅਤੇ ਮਸਕਾਂ ਦਾ ਨਾਸ਼ ਹੋ ਜਾਂਦਾ। ਮੈਂ ਵਗ ਜਾਂਦੀ ਆ ਤੇ ਮਸਕਾਂ ਦਾ ਨਾਸ਼ ਹੋ ਜਾਂਦਾ। ਮਸਕ ਹੁੰਦੀ ਆ ਸਰੀਰ, ਸਰੀਰਾਂ ਦਾ ਨਾਸ਼ ਹੁੰਦਾ ਹੈ। ਹੁਣ ਜਿਹੜੇ ਲੋਕ ਖੁਦਾ ਦੇ ਵਚਨ ਨੂੰ ਸੁਣਦੇ ਆ ਪਰ ਆਪਣੇ ਜੀਵਨ ਨੂੰ ਨਵਾਂ ਨਹੀਂ ਕਰਦੇ, ਉਹ ਕੀ ਕਰਦੇ ਆ ਭਲਾ ਪਤਾ ਤੁਹਾਨੂੰ? ਕਦੀ ਐ ਕਰਦੇ, ਕਦੀ ਉਹ ਕਰਦੇ, ਕਦੀ ਉਹ ਕਰਦੇ, ਕਦੀ ਉਹ ਕਰਦੇ, ਕਦੀ ਉਧਰੋਂ ਇੱਧਰ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਵਾਂ ਨਹੀਂ ਬਣਾਇਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਨਵੇਂ ਬਣ ਜਾਂਦੇ ਤੇ ਖੁਦਾ ਦਾ ਵਚਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁੰਦਾ। ਉਹ ਪੁਰਾਣੇ ਦੇ ਪੁਰਾਣੇ। ਵੇਖੋ ਪੜੋ ਕੀ ਲਿਖਿਆ। ਪਰ ਨਵੀਂ ਮੈਂ ਨਵੀਆਂ ਮਸਕਾਂ ਵਿੱਚ ਭਰਦੇ ਨਵੀਂ ਮੈਂ ਨਵੀਆਂ ਮਸਕਾਂ ਦੇ ਵਿੱਚ ਭਰਦੇ ਹਨ। ਲਓ ਵੀ ਜੇ ਆਪਾਂ ਨਵੇਂ ਬਣਾਂਗੇ ਨਾ ਫੇਰ ਹੀ ਖੁਦਾ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਆਏਗਾ। ਫਿਰ ਨਹੀਂ ਡੁੱਲੂਗਾ, ਫਿਰ ਸਾਡੀ ਜ਼ਿੰਦਗੀ 'ਚ ਹੀ ਰਹੂਗਾ, ਫਿਰ ਸਾਡੀ ਜ਼ਿੰਦਗੀ ਨੂੰ ਸਵਾਰੂਗਾ, ਫਿਰ ਸਾਨੂੰ ਸਵਾਦ ਆਊਗਾ ਇਹਦਾ ਵਚਨ ਦਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਨਵੇਂ ਹੋਵੋਗੇ। ਅੱਗੇ ਸੋ ਉਹ ਦੋਵੇਂ ਬਚ ਰਹਿੰਦੀਆਂ ਹਨ। ਦੋਵੇਂ ਬਚ ਰਹਿੰਦੀਆਂ ਨੇ, ਸਰੀਰ ਵੀ ਬਚ ਰਹਿੰਦਾ, ਉਸ ਬੰਦੇ ਦੀ ਜਾਨ ਵੀ ਬਚ ਜਾਂਦੀ ਆ ਤੇ ਖੁਦਾ ਦਾ ਵਚਨ ਵੀ ਉਹਦੀ ਜ਼ਿੰਦਗੀ 'ਚ ਸਾਂਭਿਆ ਰਹਿੰਦਾ ਆ। ਹਾਂਜੀ, ਅੱਜ ਬੜੇ ਲੋਕ ਆਂਦੇ ਆਪਾਂ ਦੁਲਹਨ ਆ ਪ੍ਰਭੂ ਯਿਸੂ ਮਸੀਹ ਦੀ, ਕਿ ਖੁਦਾ ਦਾ ਵਚਨ ਤੁਹਾਡੀ ਜ਼ਿੰਦਗੀ 'ਚ ਹੈਗਾ। ਯਿਸੂ ਮਸੀਹ ਨੇ ਉੱਥੇ ਕੀ ਵੇਖਣਾ? ਯਿਸੂ ਮਸੀਹ ਨੇ ਇਹ ਨਹੀਂ ਵੇਖਣਾ ਤੁਸੀਂ ਬੜੇ ਸੰਦੇਸ਼ ਪੜ੍ਹਦੇ ਜੇ ਜਾਂ ਬੜੀ ਬਾਈਬਲ ਪੜ੍ਹਦੇ ਜੇ ਜਾਂ ਬੜੀਆਂ ਦੂਰ ਦੂਰ ਬੰਦਗੀਆਂ ਵੇਂਦੇ ਜੇ। ਯਿਸੂ ਮਸੀਹ ਨੇ ਕੀ ਵੇਖਣਾ? ਤੁਹਾਡੀ ਜ਼ਿੰਦਗੀਆਂ ਦੇ ਵਿੱਚ ਇਹ ਮੈਂ ਹੈਗੀ, ਤੁਹਾਡੀਆਂ ਮਸਕਾਂ ਦੇ ਵਿੱਚ ਮੈਂ ਹੈਗੀ। ਤੁਸੀਂ ਆਪਣੀ ਮਸਕ ਨੂੰ ਨਵਾਂ ਬਣਾਇਆ, ਆਪਣੀ ਜ਼ਿੰਦਗੀ ਨੂੰ ਨਵਾਂ ਬਣਾਇਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਿਆਰੇ ਭੈਣੋ ਭਰਾਵੋ, ਆਪਣੀ ਜ਼ਿੰਦਗੀ ਨੂੰ ਨਵਾਂ ਬਣਾਉਣਾ ਫਿਰ ਖੁਦਾ
खुदा का वचन साडी जिंदगी च ठहर सकदा। नवा किद्दां बना सकदे जी? आओ असीं रसूलां दे करतब 2 अध्याय दी 38 आयत पढ़ांगे। तद पतरस ने उन्हां नूं आख्या, ते ਇਹਦੀ 37 आयत तो पढ़ो। ਜਾਂ ਉਹਨਾਂ ਨੇ ਇਹ ਸੁਣਿਆ ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਜਿੱਤ ਗਏ ਉਹਨਾਂ ਦੇ ਦਿਲ ਛਿੱਦ ਗਏ। ਅਤੇ ਪਤਰਸ और बाकी ਦੇ ਰਸੂਲਾਂ ਨੇ ਕਹਾ ਲਓ ਵੀ ਪਤਰਸ ਨੂੰ ਤੇ ਬਾਕੀ ਦੇ ਚੇਲਿਆਂ ਨੂੰ ਉਹ ਲੋਕ ਕਹਿੰਦੇ ਕਿ हे ਭਾਈਓ ਅਸੀਂ ਕੀ ਕਰੀਏ? ਕਹਿੰਦੇ ਵੀ ਹੇ ਭਾਈਓ ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਹਰ ਲਵੇ। ਕੋਈ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਕਾਹਦੇ ਨਾਮ ਵਿੱਚ ਬਪਤਿਸਮਾ ਲਵੇ? ਯਿਸੂ ਮਸੀਹ ਦੇ। ਹਾਲੇਲੂਇਆ ਹਾਲੇਲੂਇਆ। ਬੰਦਾ ਨਵਾਂ ਬਣਦਾ। ਪਹਿਲੇ ਨੰਬਰ ਉੱਤੇ ਤੋਬਾ, ਦੂਜੇ ਨੰਬਰ ਉੱਤੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ। ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਆ, ਤੋਬਾ ਕਰ ਲੈਂਦੇ ਆ, ਫਿਰ ਅਸੀਂ ਕੀ ਬਣ ਜਾਂਦੇ ਆ? ਨਵੇਂ। ਤੇ ਫਿਰ ਨਵਾਂ ਖੁਦਾ ਦਾ ਵਚਨ ਤੁਹਾਡੇ ਵਿੱਚ ਠਹਿਰੇਗਾ ਨਹੀਂ। ਹਾਂਜੀ। ਹੁਣ 3000 ਜਾਣਿਆਂ ਨੇ ਉੱਥੇ ਵਚਨ ਸੁਣਿਆ। ਪੜੋ, ਵੇਖੋ, ਸੁਣੋ। ਹਾਂਜੀ। ਤਾਂ ਪਵਿੱਤਰ ਆਤਮਾ ਦਾ ਦਾਨ ਪਾਉਣਗੇ। ਤੇ ਤਾਂ ਹੀ ਤੁਸੀਂ ਕੀ ਪਾਓਗੇ? ਪਵਿੱਤਰ ਆਤਮਾ। ਤੁਹਾਨੂੰ ਦੱਸਿਆ ਨਾ, ਜੇ ਵਚਨ ਨੂੰ ਸਮਝਣਾ ਤੇ ਤੁਹਾਨੂੰ ਪਵਿੱਤਰ ਆਤਮਾ ਦੀ ਜ਼ਰੂਰਤ ਆ। ਨਵੇਂ ਬਣ ਜਾਓਗੇ, ਨਵਾਂ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਏਗਾ, ਫਿਰ ਤੁਸੀਂ ਪਵਿੱਤਰ ਆਤਮਾ ਦਾ ਦਾਨ ਵੀ ਪਾੜੋਗੇ ਜਿਹਦੀ ਤੁਹਾਨੂੰ ਜ਼ਰੂਰਤ ਆ। ਤੁਹਾਨੂੰ ਵਚਨ ਇੱਕ ਇੱਕ ਗੱਲ ਸਮਝ ਆਏਗੀ। ਤੁਸੀਂ ਕਦੀ ਇਹ ਨਹੀਂ ਕਹੋਗੇ ਕਿ ਪਾਸਟਰ ਨੇ ਗਲਤ ਬੋਲਿਆ। ਤੁਸੀਂ ਇਹੋ ਕਹੋਗੇ ਕਿ ਪਾਸਟਰ ਨੇ ਸਹੀ ਬੋਲਿਆ, ਕਮੀ ਸਾਡੇ ਵਿੱਚ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਅੱਜ ਲੋਕ ਭੱਜਦੇ ਨੇ, ਦੂਰ ਹੁੰਦੇ ਨੇ, ਬਦਲਦੇ ਨੇ। ਪਾਸਟਰ ਵੀ ਬਦਲਦੇ ਆ, ਚਰਚ ਵੀ ਬਦਲਦੇ ਆ, ਪਰ ਆਪਣੇ ਆਪ ਨੂੰ ਨਹੀਂ ਬਦਲਦੇ। ਬਦਲਦੀ ਤੇ ਲੋੜ ਆਪਣੇ ਆਪ ਨੂੰ। ਨੂਹ ਨਬੀ ਦਾ ਬੇੜਾ ਹੀ, ਉਸ ਬੇੜੇ ਦੇ ਵਿੱਚ ਬਹੁਤ ਸਾਰੇ ਜਾਨਵਰ ਸੀ। ਉਸ ਬੇੜੇ ਦੇ ਵਿੱਚ ਇੱਕ ਕਾਂ ਵੀ ਸੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਹਿਲਾਂ ਨੂਹ ਨਬੀ ਨੇ ਕਾਂ ਨੂੰ ਛੱਡਿਆ। ਔਰ ਪਿਆਰੇ ਭੈਣੋ ਭਰਾਵੋ, ਕਾਂ ਜਿਹੜਾ ਸੀ ਨਾ, ਉਹ ਲਿਖਿਆ ਵੀ ਜਦ ਤੀਕਰ ਉਹ ਬੇੜਾ ਰਿਹਾ, ਯਾਨੀ ਕਿ ਪਾਣੀ ਰਿਹਾ ਧਰਤੀ ਦੇ ਉੱਤੇ, ਉਹ ਕਦੀ ਆਉਂਦਾ ਤੇ ਕਦੀ ਜਾਂਦਾ ਰਿਹਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਬੂਤ ਨਹੀਂ ਲੈ ਗਿਆ ਕਿ ਪਾਣੀ ਘਟਿਆ ਜਾਂ ਨਹੀਂ ਘਟਿਆ, ਪਰ ਉਹਨੇ ਘੁੱਗੀ ਨੂੰ ਭੁਲਾਇਆ ਤੇ ਘੁੱਗੀ ਸਬੂਤ ਲੈ ਕੇ ਆਈ, ਹਰਿਆ ਪੱਤਾ ਤੋੜ ਕੇ ਲਿਆਈ, ਸਬੂਤ ਦਿੱਤਾ ਕਿ ਪਾਣੀ ਜਿਹੜਾ ਉਹ ਧਰਤੀ ਤੋਂ ਘਟ ਗਿਆ ਆ। ਇਸ ਲਈ ਨੂਹ ਨਬੀ ਨੇ ਫੇਰ ਉਹਨੂੰ ਆਪਣੇ ਹੱਥਾਂ 'ਚ ਲਿਆ ਤੇ ਉਹਨੂੰ ਬੇੜੇ ਦੇ ਵਿੱਚ ਲੈ ਲਿਆ। ਇਸ ਲਈ ਪਿਆਰੇ ਭੈਣੋ ਭਰਾਵੋ, ਆਪਾਂ ਨੋਟ ਕਰਨਾ ਹੈ ਕਿ ਅਸੀਂ ਖੁਦਾ ਦੇ ਵਚਨ ਦੇ ਨਾਲ ਚੱਲਣ ਵਾਲੇ, ਰੱਬ ਦੇ ਵਚਨ ਦੇ ਨਾਲ ਚੱਲਣਾ ਹੈ। ਔਰ ਪਤਰਸ ਕਹਿੰਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ, ਤੋਬਾ ਕਰੋ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਅੱਗੇ, ਕਿਉਂਕਿ ਇਹ ਕਰਾਰ ਤੁਹਾਡੇ ਬਾਲਕਾਂ ਦੇ ਨਾਲ ਹੈ ਇਹ ਕਰਾਰ ਤੁਹਾਡੇ ਤੇ ਤੁਹਾਡੇ ਬਾਲਕਾਂ ਦੇ ਨਾਲ ਵੀ ਆ, ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਉਹਨਾਂ ਸਭਨਾਂ ਨਾਲ ਜਿਹੜੇ ਦੂਰ ਨੇ। ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇ। ਹਾਂਜੀ। ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ, ਭਈ ਆਪਣੇ ਆਪ ਨੂੰ ਇਸ ਸਭੀ ਪੀੜ੍ਹੀ ਕੋਲੋਂ ਬਚਾਓ। ਹਾਂਜੀ। ਸੋ ਜਿਨ੍ਹਾਂ ਉਹਦੀ ਗੱਲ ਮੰਨੀ, ਹਾਂਜੀ। ਮੰਨ ਲਈ, ਉਹਨਾਂ ਨੇ ਬਪਤਿਸਮਾ ਲਿਆ। ਹਾਂਜੀ। ਅਤੇ ਉਸੇ ਦਿਨ 3,000 ਜਾਣੇ, ਇੱਕੇ ਦਿਨ ਕਿੰਨੇ ਜਣੇ ਉਹਨਾਂ ਨਾਲ ਰਲ ਗਏ? 3,000। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਤਾਂ ਫਿਰ ਪ੍ਰਭੂ ਦਾ ਆਤਮਾ ਕੰਮ ਕਰਦਾ। ਜਿਹੜੇ ਤੋਬਾ ਕਰ ਲੈਂਦੇ ਆ, ਬਪਤਿਸਮਾ ਲੈ ਲੈਂਦੇ ਆ, ਫਿਰ ਪ੍ਰਭੂ ਦਾ ਆਤਮਾ ਉਹਨਾਂ ਦੀ ਜ਼ਿੰਦਗੀ 'ਚ ਆਉਂਦਾ। ਫਿਰ ਖੁਦਾ ਦਾ ਵਚਨ ਉਹਨਾਂ ਦੀ ਜ਼ਿੰਦਗੀ 'ਚ ਆਉਂਦਾ ਤੇ ਉਹਨਾਂ ਨੂੰ ਪ੍ਰਭੂ ਦਾ ਵਚਨ ਸਮਝਣਾ ਸ਼ੁਰੂ ਹੋ ਜਾਂਦਾ ਹੈ। ਔਰ ਵੇਖੋ, ਅੱਜ ਬਹੁਤ ਸਾਰੇ ਲੋਕ ਜਿਹੜੇ ਨਾ ਉਹ ਪਾੜਦੇ ਆ। ਪਾੜਦੇ ਦਾ ਕਹਿਣ ਦਾ ਮਤਲਬ ਵੀ ਵਿਰੋਧ ਬੋਲਦੇ ਆ। ਪ੍ਰਭੂ ਯਿਸੂ ਮਸੀਹ ਦੇ ਵੀ ਵਿਰੋਧ ਬੋਲਦੇ ਤੇ ਉਹਦੇ ਸੇਵਕਾਂ ਦੇ ਵੀ ਵਿਰੋਧ ਬੋਲਦੇ, ਕਿਉਂਕਿ ਵਚਨ ਨਹੀਂ ਉਹਨਾਂ ਨੂੰ ਸਮਝ ਦੇ ਵਿੱਚ ਆਉਂਦਾ। ਯੋਨਾ ਦੀ 3:8 ਅਧਿਆਇ ਕੱਢੋ, ਉਹਦੀ 48 ਹੈ। ਯਹੂਦੀਆਂ ਨੇ ਉਹਨੂੰ ਉੱਤਰ ਦਿੱਤਾ, ਹਾਂਜੀ। ਕੀ ਅਸੀਂ ਠੀਕ ਨਹੀਂ ਕਹਿੰਦੇ ਹਾਂਜੀ। ਜੋ ਤੂੰ ਸਾਮਰੀ ਹੈ ਹਾਂਜੀ। ਅਤੇ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਲਓ ਸਾਡਾ। ਜੀ, ਯਹੂਦੀ ਲੋਕ ਯਿਸੂ ਮਸੀਹ ਨੂੰ ਕੀ ਕਹਿੰਦੇ ਕਿ ਤੈਨੂੰ ਕੀ ਚੰਬੜਿਆ ਵਾ? ਭੂਤ ਚਿੰਬੜਿਆ। ਯਿਸੂ ਮਸੀਹ ਨੂੰ ਕਹਿੰਦੇ ਕਿ ਤੈਨੂੰ ਭੂਤ ਚੰਬੜਿਆ ਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਸੱਚਾਈ ਵੀ ਉਹਨਾਂ ਨੂੰ ਦੱਸਦਾ। ਉਹ ਆਂਦੇ ਠੀਕ ਨਹੀਂ ਆਂਦੇ ਕਿ ਤੈਨੂੰ ਭੂਤ ਚੰਬੜਿਆ ਆ।
ਅੱਜ ਵੀ ਜਦੋਂ ਸੱਚਾਈ ਬੋਲੀ ਜਾਂਦੀ ਨਾ, ਬੜੇ ਲੋਕ ਪਤਾ ਕੀ ਕਹਿੰਦੇ, ਪਾਸਟਰ ਦਾ ਨਾ ਦਿਮਾਗ ਖਰਾਬ ਹੋ ਗਿਆ, ਕਰੈਕ ਹੋ ਗਿਆ, ਇਹਨੂੰ ਸਮਝ ਨਹੀਂ ਆਉਂਦੀ। ਪਰ ਪਾਸਟਰ ਨਹੀਂ ਕਰੈਕ ਹੋਇਆ, ਆਪਣੇ ਆਪ ਨੂੰ ਸੁਧਾਰਨ ਦੀ ਲੋੜ ਆ। ਇਹ ਵੇਖਣ ਦੀ ਲੋੜ ਆ ਵੀ ਆਪਾਂ ਕਿੱਦਾਂ ਚੱਲਣ ਦੇ ਆ। ਸਾਰੇ ਬੋਲੋ ਹਾਲੇਲੂਇਆ। ਯਿਸੂ ਮਸੀਹ ਨੂੰ ਆਂਦੇ ਤੈਨੂੰ ਤੇ ਭੂਤ ਚੰਬੜਿਆ, ਇਹ ਠੀਕ ਨਹੀਂ ਆਂਦੇ ਤੈਨੂੰ ਭੂਤ ਚੰਬੜਿਆ। ਵੇਖੋ ਜਦੋਂ ਯਿਸੂ ਨੂੰ ਸਲੀਬ ਤੇ ਦੇਣ ਲੱਗੇ ਤੇ ਉਦੋਂ ਕੀ ਹੋਇਆ। ਇਸ ਦੀ ਤੁਸੀਂ ਪੜੋ ਲੂਕਾ 23 ਦੇ ਆਏ ਫਿਰ ਜਦ ਬਣੇ ਤਾਂ ਤੁਸੀਂ ਲੈ ਕੇ ਆਓ ਫਰੈਂਡਸ ਨੂੰ ਲਿਆ ਜੀ ਕੋਈ ਗੱਲ ਨਹੀਂ, ਸਮੇਂ ਨਾਲ ਗੱਲ ਕਰੇਗਾ। ਲੂਕਾ 23 ਦੇ ਆਏ 20 ਐਡ ਪੜੋ। ਤਾਂ ਪਿਲਾਤੁਸ ਨੇ ਉਹਨਾਂ ਨੂੰ ਫਿਰ ਸਮਝਾਇਆ, ਲਓ ਵੀ ਪਿਲਾਤੁਸ ਜਿਹੜਾ ਸੀ ਉਹਨੇ ਸਮਝਾਇਆ ਕਿਉਂ ਜੋ ਯਿਸੂ ਨੂੰ ਛਡਾਉਣਾ ਚਾਹੁੰਦਾ ਉਹ ਸੀ, ਯਿਸੂ ਨੂੰ ਛਡਾਉਣਾ ਚਾਹੁੰਦਾ ਸੀ। ਪਰ ਉਹ ਹੋਰ ਵੀ ਕੰਨ ਪਾੜ ਕੇ ਬੋਲੇ, ਉਹ ਕਿੱਦਾਂ ਬੋਲੇ? ਕੰਨ ਪਾੜ ਕੇ। ਸਾਰੇ ਬੋਲੋ ਹਾਲੇਲੂਇਆ। ਇਹ ਗਲਤ ਗੱਲਾਂ ਕਰਦਾ, ਇਹ ਆਪਣੇ ਆਪ ਨੂੰ ਆਂਦਾ ਮੈਂ ਪਰਮੇਸ਼ਵਰ ਆ, ਇਹ ਆਪਣੇ ਆਪ ਨੂੰ ਆਂਦਾ ਮੈਂ ਜੀਵਨ ਦੀ ਰੋਟੀ ਆ, ਇਹ ਆਪਣੇ ਆਪ ਨੂੰ ਆਂਦਾ ਮੈਂ ਭੇਡਾਂ ਦਾ ਯਾਰੀ ਆ, ਇਹ ਆਪਣੇ ਆਪ ਨੂੰ ਆਂਦਾ ਉਹ ਦਰਵਾਜ਼ਾ ਮੈਂ ਆ। ਸਾਰੇ ਬੋਲੋ ਹਾਲੇਲੂਇਆ। ਸਲੀਬ ਦੇ ਉੱਤੇ ਕੰਨ ਪਾੜ ਪਾੜ ਕੇ ਉਹਨਾਂ ਨੇ ਕਿਹਾ। ਅੱਜ ਵੀ ਲੋਕ ਇਸ ਤਰ੍ਹਾਂ ਕਰਦੇ ਆ ਨਾ, ਪਰ ਸੱਚਾਈ ਨੂੰ ਸਮਝਣਾ ਚਾਹੀਦਾ। ਸੱਚਾਈ ਨੂੰ ਸਮਝ ਆਏਗੀ ਜਦੋਂ ਖੁਦਾ ਦਾ ਵਚਨ ਤੁਹਾਡੀ ਜ਼ਿੰਦਗੀ ਚ ਹੋਏਗਾ। ਅੱਗੇ ਪੜੋ। ਇਹ ਉਹਨੂੰ ਸਲੀਬ ਦਿਓ, ਹਾਂਜੀ ਸਲੀਬ ਦਿਓ। ਉਸਨੇ ਤੀਜੀ ਵਾਰ ਉਹਨਾਂ ਨੂੰ ਆਖਿਆ, ਹਾਂਜੀ ਕਿਉਂ ਇਸਨੇ ਕੀ ਬੁਰਾਈ ਕੀਤੀ? ਹਾਂਜੀ। ਮੈਂ ਇਹਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ। ਉਹ ਪਿਲਾਤੁਸ ਪੁੱਛਣ ਡਿਆ
ਪੜਾਂਗੇ। ਪਹਿਲਾ ਕਰੰਥੀਆਂ 11 ਦੇ ਕੱਢੋ। ਅੱਜ ਕਿੱਦਾਂ ਲੋਕ ਜਿਹੜੇ ਨਾ ਉਹ ਪਾਠਦੇ ਆ ਖੁਦਾ ਦੇ ਵਚਨ ਨੂੰ ਸੁਣਦੇ। ਹਾਂਜੀ, ਅੱਜ ਬਹੁਤ ਸਾਰੀਆਂ ਮਿਸ਼ਨਾਂ ਚੱਲ ਪਈਆਂ ਨੇ। ਕਿੰਨੀਆਂ ਚੱਲ ਪਈਆਂ? ਆਪਾਂ ਦੇ ਭੈਣਾਂ ਇੱਥੇ ਚੁੰਨੀਆਂ ਲੈ ਕੇ ਦੁਆ ਕਰਨ ਦੀਆਂ ਨਾ, ਕਈ ਮਿਸ਼ਨਾਂ ਇਹੋ ਜਿਹੀਆਂ ਚੱਲ ਪਈਆਂ ਉਹ ਚੁੰਨੀ ਲਾ ਕੇ ਦੁਆ ਕਰਦੇ ਨੇ। ਪਰ ਆਪਾਂ ਵਚਨ ਚੋਂ ਵੇਖਣਾ ਹੋਣਾ ਵੀ ਚੁੰਨੀ ਲੈਣੀ ਚਾਹੀਦੀ ਆ ਕਿ ਨਹੀਂ ਲੈਣੀ ਚਾਹੀਦੀ। ਤੇ ਜਿਹੜੇ ਨਹੀਂ ਲੈਂਦੇ ਉਹ ਵੀ ਪੱਟਣਗੇ ਮੇਰੇ ਖਿਆਲ ਆ। ਸਾਰੇ ਬੋਲੋ ਹਾਲੇਲੂਇਆ। ਤੁਸੀਂ ਵਚਨ 'ਚ ਲਿਖਿਆ ਕਿ ਨਵੀਂ ਮੈਂ ਆ ਪੁਰਾਣੀਆਂ ਮਸਕਾਂ ਦੇ ਵਿੱਚ ਨਹੀਂ ਜਾ ਸਕਦੀ। ਤੇ ਜੇ ਆਪਾਂ ਇਹ ਮੈਂ ਚਾਹੁੰਦੇ ਸਾਡੀ ਜ਼ਿੰਦਗੀ 'ਚ ਆ ਜਾਏ ਤਾਂ ਸਾਨੂੰ ਕੀ ਬਣਨਾ ਪਵੇਗਾ? ਨਵੇਂ। ਚਲੋ ਅੱਜ ਆਪਾਂ ਵਚਨ 'ਚੋਂ ਵੇਖੀਏ ਵੀ ਭਲਾ ਚੁੰਨੀ ਲੈਣੀ ਚਾਹੀਦੀ ਕਿ ਨਹੀਂ। ਪਹਿਲਾ ਕਰੰਥੀਆਂ 11 ਦੇ ਆਏ ਉਹਦੀ 5 ਐਤ ਪੜੋ। ਪਰ ਹਰੇਕ ਇਸਤਰੀ ਜਿਹੜੀ ਅਣਕੱਜੇ ਸਿਰ ਪ੍ਰਾਰਥਨਾ ਅਥਵਾ ਅਗਮ ਕਰਦੀ ਹੈ। ਲਓ ਵੀ ਖੁਦਾ ਦੇ ਵਚਨ 'ਚ ਲਿਖਿਆ ਹਰੇਕ ਇਸਤਰੀ ਜਿਹੜੇ ਅਣਕੱਜੇ ਸਿਰ ਪ੍ਰਾਰਥਨਾ ਕਰਦੀ ਆ ਅਥਵਾ ਅਗਮ ਕਰਦੀ ਹੈ, ਅਥਵਾ ਅਗੰਮ ਕਰਦੀ ਆ, ਉਹ ਆਪਣੇ ਸਿਰ ਨੂੰ ਬੇਪਤ ਕਰਦੀ ਉਹ ਹੈ। ਆਪਣੇ ਸਿਰ ਨੂੰ ਕੀ ਕਰਦੀ ਆ? ਬੇਪਤ ਕਰਦੀ ਹੈ। ਬੇਪਤ ਕਰਦੀ। ਉਹ ਆਪਣੇ ਸਿਰ ਦੀ ਬੇਇੱਜ਼ਤੀ ਕਰਦੀ ਆ, ਆਪਣੇ ਘਰ ਵਾਲੇ ਦੀ ਵੀ ਬੇਇੱਜ਼ਤੀ ਕਰਾਉਂਦੀ ਆ ਤੇ ਆਪਣੇ ਪਰਿਵਾਰ ਦੀ ਵੀ ਬੇਇੱਜ਼ਤੀ ਕਰਾਉਂਦੀ ਆ। ਉਹ ਜਿਹੜੀ ਜਨਾਨੀ ਸਿਰ ਦੇ ਉੱਤੇ ਚੁੰਨੀ ਨਹੀਂ ਰੱਖਦੀ, ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਪਿਆਰੇ ਭੈਣੋ ਭਰਾਵੋ, ਖੁਦਾ ਦੇ ਵਚਨ 'ਚ ਲਿਖਿਆ ਕਿ ਚੁੰਨੀ ਲੈਣੀ ਚਾਹੀਦੀ। ਅਗਲੀ ਆਇਤ ਵੀ ਪੜ੍ਹ ਲਓ। ਕਿਉਂ ਜੋ ਇਹ ਇਹੋ ਜਿਹੀ ਗੱਲ ਹੈ ਵੀ ਮਾਨੋ ਉਹਦਾ ਸਿਰ ਮੁੰਨਿਆ ਗਿਆ। ਲਓ ਵੀ ਜੇ ਜਨਾਨੀ ਚੁੰਨੀ ਨਹੀਂ ਲੈਂਦੀ ਤੇ ਖੁਦਾ ਦੇ ਵਚਨ 'ਚ ਲਿਖਿਆ ਵੀ ਮੰਨੋ ਇਹ ਇਹੋ ਜਿਹੀ ਗੱਲ ਹੈ ਵੀ ਉਹਦਾ ਸਿਰ ਹੀ ਮੁੰਨਿਆ ਗਿਆ। ਹਾਂਜੀ, ਕਿਉਂਕਿ ਜੇ ਇਸਤਰੀ ਸਿਰ ਨਾ ਕੱਜੇ ਜੇ ਸਿਰ ਨਾ ਕੱਜੇ ਤਾਂ ਆਪਣੀ ਗੁੱਤ ਵੀ ਵਢਾਵੇ। ਤਾਂ ਕੀ ਕਰੇ? ਆਪਣੀ ਗੁੱਤ ਵੀ ਵਢਾਵੇ। ਗੁੱਤ ਨੂੰ ਫਿਰ ਵਢਾਵੇ। ਖੁਦਾ ਦਾ ਵਚਨ 'ਚ ਲਿਖਿਆ। ਚੁੰਨੀ ਲੈਣੀ ਚਾਹੀਦੀ ਕਿ ਨਹੀਂ? ਲੈਣੀ ਚਾਹੀਦੀ ਪਰ ਆ। ਬਹੁਤ ਮਿਸ਼ਨਾਂ ਵਾਲੇ ਕਿਹੜੀ ਐਤ ਨੂੰ ਲੈਂਦੇ ਨੇ, ਮੈਂ ਪੜਾਉਣਾ ਤੁਹਾਨੂੰ। ਆਪਾਂ ਉਹਨੂੰ ਵੀ ਸੱਚਾ ਬਣਾਉਣਾ ਹੈ। ਇਹ ਨਹੀਂ ਵੀ ਇੱਥੇ ਹੋਰ ਲਿਖਿਆ ਤੇ ਉੱਥੇ ਹੋਰ ਲਿਖਿਆ। ਖੁਦਾ ਦਾ ਵਚਨ ਇੱਕੋ ਹੀ ਆ। ਖੁਦਾ ਦਾ ਵਚਨ ਬਦਲ ਬਦਲ ਕੇ ਨਹੀਂ ਵੀ ਇੱਥੇ ਹੋਰ ਤੇ ਉੱਥੇ ਕੁਝ ਹੋ ਰਿਹਾ। ਆਪਾਂ ਇਹਦੀ 14 ਐਤ ਪੜਾਂਗੇ। ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ? ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ? ਸਹੀ ਜੇ ਪੁਰਖ ਸਿਰ ਦੇ ਵਾਲ ਲੰਮੇ ਰੱਖੇ ਹਾਂਜੀ, ਤਾਂ ਉਹਦੇ ਲਈ ਨਿਰਾਦਰ ਹੈ, ਹਾਂਜੀ। ਪਰੰਤੂ ਜੇ ਇਸਤਰੀ ਲੰਮੇ ਵਾਲ ਰੱਖੇ ਤਾਂ ਉਹਦੇ ਲਈ ਸਜਾਵਟ ਹੈ। ਜੇ ਇਸਤਰੀ ਲੰਮੇ ਵਾਲ ਰੱਖੇ ਤੇ ਉਹਦੇ ਲਈ ਕੀ ਆ? ਸਜਾਵਟ ਹੈ। ਸੁਣੋ, ਅੱਜ ਤੋਂ ਬਾਅਦ ਤੁਸੀਂ ਵਾਲ ਨਹੀਂ ਕਟਾਉਣੇ ਆਪਾਂ ਨੇ। ਮੈਨੂੰ ਪ੍ਰਭੂ ਨੇ ਅਧਿਕਾਰ ਦਿੱਤਾ ਤੁਹਾਨੂੰ ਕਹਿਣ ਦਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜੇ ਇਸਤਰੀ ਲੰਮੇ ਵਾਲ ਰੱਖਦੀ ਆ ਤੇ ਉਹਦੇ ਲਈ ਸਜਾਵਟ ਆ। ਜੋ ਪਿੱਛੇ ਹੋ ਗਿਆ ਹੋ ਗਿਆ। ਹੁਣ ਵਾਲ ਨਹੀਂ ਕਟਾਉਣੇ। ਯਿਸੂ ਦੀ ਜਲਦੀ ਆਉਣ ਵਾਲਾ, ਉਹਦੇ ਵਚਨ ਦੇ ਨਾਲ ਚੱਲਣਾ ਹੈ। ਅੱਗੇ ਕਿਉਂ ਜੋ ਵਾਲ ਉਸ ਨੂੰ ਪਰਦੇ ਦੇ ਥਾਂ ਦਿੱਤੇ ਹੋਏ ਹਨ। ਵਾਲ ਕਾਹਦੇ ਲਈ ਦਿੱਤੇ ਆ? ਪਰਦੇ ਦੇ ਥਾਂ। ਐਸ ਐਤ ਨੂੰ ਲੈਂਦੇ ਆ ਵੀ ਵਾਲ ਕਾਹਦੇ ਲਈ ਦਿੱਤੇ ਗਏ ਆ? ਪਰਦੇ ਦੇ ਥਾਂ। ਹੁਣ ਆਪਾਂ ਇਹ ਵੇਖਣਾ ਵੀ ਇਹ ਐਤ ਝੂਠੀ ਆ ਜਾਂ ਸੱਚੀ ਆ। ਕੀ ਖੁਦਾ ਦਾ ਵਚਨ ਕਹਿੰਦਾ ਆ? ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਸਿਖਾਊਗਾ ਕੌਣ ਤੁਹਾਨੂੰ? ਪਰਮੇਸ਼ਰ ਦਾ ਪਵਿੱਤਰ ਆਤਮਾ। ਪਰਮੇਸ਼ਰ ਦਾ ਪਵਿੱਤਰ ਆਤਮਾ ਤੁਹਾਨੂੰ ਸਿਖਾਊਗਾ ਵੀ ਇਹ ਐਤ ਸੱਚੀ ਆ ਜਾਂ ਝੂਠੀ ਆ। ਕਿਉਂਕਿ ਖੁਦਾ ਦਾ ਵਚਨ ਇਹ ਨਹੀਂ ਕਿ ਉੱਥੇ ਕੁਝ ਹੋਰ ਤੇ ਇੱਥੇ ਕੁਝ ਹੋਰ। ਖੁਦਾ ਦਾ ਵਚਨ ਇੱਕ ਗੱਲ ਬੋਲਦਾ ਹੈ, ਪਰ ਇਹਨੂੰ ਸਿੱਖਣ ਤੋਂ ਪਹਿਲਾਂ ਇਹਦੀ 14 ਐਤ ਫੇਰ ਪੜੋ ਸ਼ੁਰੂ ਤੋਂ। ਬਸ ਇੰਨੀ ਗੱਲ ਨੂੰ ਪਹਿਲਾਂ ਦੇਖੋ। ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ। ਇੰਨੀ ਗੱਲ ਨੂੰ ਦੇਖੋ। ਆਪਣੇ ਸਰੀਰ ਨੂੰ ਨੋਟ ਕਰੋ। ਤੁਹਾਡੇ ਸਰੀਰ ਦੇ ਵਿੱਚ ਹੱਡੀਆਂ ਹੈਗੀਆਂ ਕਿ ਨਹੀਂ? ਹੱਡੀਆਂ ਨੇ ਕਿਹਨੂੰ ਢੱਕਿਆ? ਹੱਡੀਆਂ ਨੂੰ ਢੱਕਿਆ ਸਾਡੀਆਂ ਨਾੜਾਂ ਨੇ। ਨਾੜਾਂ ਨੂੰ ਕਿਹਨੇ ਢੱਕਿਆ? ਮਾਸ ਨੂੰ ਕਿਹਨੇ ਢੱਕਿਆ? ਕੱਪੜਿਆਂ ਨੇ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਤੇ ਚੀਜ਼ ਨੇ ਸਾਨੂੰ ਢੱਕਿਆ ਹੀ ਆ ਨਾ। ਕਿਹੜੀ ਚੀਜ਼ ਆ ਪਰਮੇਸ਼ਰ ਨੇ ਜਿਹੜੀ ਨੰਗੀ ਬਣਾਈ ਆ? ਆਪਾਂ ਕਹਿ ਦਿੰਦੇ ਕੁੱਤੇ ਦੇ ਜਿਹੜੇ ਨੰਗੀ ਨੇ, ਪਰ ਨੰਗੀ ਨਹੀਂ ਹੈ। ਪਰਮੇਸ਼ਰ ਨੇ ਉਹਨਾਂ ਨੂੰ ਵਾਲਾਂ ਨਾਲ ਨਹੀਂ ਢੱਕਿਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਕੋਈ ਚੀਜ਼ ਜਿਹੜੀ ਆ ਪਰਮੇਸ਼ਰ ਨੇ ਨੰਗੀ ਨਹੀਂ ਬਣਾਈ ਕਿ ਨੰਗੀ ਤੁਰੀ ਫਿਰੇ। ਆਓ ਅਸੀਂ ਵਚਨ ਦੇ ਵਿੱਚੋਂ ਹੀ ਸਾਰੀ ਗੱਲਬਾਤ ਕਰਨੀ, ਵਚਨ ਚੋਂ ਬਾਹਰ ਨਹੀਂ ਜਾਣਾ। ਆਪਾਂ ਧਿਆਨ ਨਾਲ ਮੰਗੋ ਜੀ ਭੈਣ ਜੀ। ਕਿਆ ਕਰਨਾ ਥੋੜਾ ਜਾਓ ਕੇ ਰੱਖ ਲਓ ਜੀ।
ਉਹ ਮਨੁੱਖ ਜਿਹੜਾ ਖੇਤ ਦੇ ਵਿੱਚ ਦੀ ਸਾਨੂੰ ਮਿਲਣ ਲਈ ਆਉਂਦਾ ਹੈ ਉਹ ਕੌਣ ਹੈ? ਮਨੁੱਖ ਜਿਹੜਾ ਬੜਾ ਸੋਹਣਾ ਲੱਗਣ ਡਿਆ ਵਾ, ਬੜਾ ਵਧੀਆ ਜਵਾਨ ਆ, ਉਹ ਕੌਣ ਆ? ਅਤੇ ਨੌਕਰ ਨੇ ਆਖਿਆ ਹਾਂਜੀ। ਉਹ ਮੇਰਾ ਸੁਆਮੀ ਹੈ। ਨੌਕਰਾਂ ਦਾ ਜੀ ਉਹ ਮੇਰਾ ਸੁਆਮੀ ਹੈ। ਹਾਂਜੀ। ਤਾਂ ਉਹਨੇ ਬੁਰਕਾ ਲੈ ਕੇ ਆਪ ਨੂੰ ਢੱਕ ਲਿਆ। ਆ ਪੜੀਆ ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਉਹਨੇ ਬੁਰਕਾ ਲੈ ਕੇ ਆਪਣੇ ਆਪ ਨੂੰ ਢੱਕ ਲਿਆ। ਬੁਰਕਾ ਕੀ ਹੁੰਦਾ ਪਤਾ ਤੁਹਾਨੂੰ? ਹਾਂਜੀ। ਕੀ ਹੁੰਦਾ ਭਲਾ? ਪੂਰਾ ਲਿਬਾਸ ਭੈਣਾਂ ਦੱਸੋ, ਮੈਨੂੰ ਤਾਂ ਨਹੀਂ ਪਤਾ। ਪੂਰਾ ਪੂਰਾ ਲਿਬਾਸ। ਪੂਰਾ ਲਿਬਾਸ ਬੁਰਕਾ ਮੁਸਲਮਾਨ ਨੇ ਉਹ ਢੱਕ ਪਾਉਂਦੀਆਂ ਲੈਂਦੇ। ਭੈਣਾਂ। ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕਿਆ ਹੁੰਦਾ ਵਾ। ਫਿਰ ਉਹਨਾਂ ਨੇ ਅੱਖਾਂ ਦੇ ਅੱਗੇ ਇੱਕ ਹੋਰ ਜਾਲੀ ਦੀ ਫੇਰ ਪਾਈ ਹੁੰਦੀ। ਮੂੰਹ ਵੀ ਢੱਕ ਲੈਂਦੇ ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਸ ਲਈ ਢੱਕਣਾ ਚਾਹੀਦਾ ਕਿ ਨਹੀਂ? ਢੱਕਣਾ ਹਾਂਜੀ। ਚਾਹੀਦਾ। ਮੈਂ ਇੱਕ ਹੋਰ ਤੁਹਾਨੂੰ ਐਤ ਵਿਖਾ ਦਿੰਦਾ ਵੀ ਢੱਕਣਾ ਚਾਹੀਦਾ। ਮੈਂ ਇੱਕ ਬੰਦੇ ਨੂੰ ਕਿਹਾ ਯਾਰ ਆ ਜਿਹੜੀ ਐਤ ਆ ਨਾ ਵੀ ਤੁਸੀਂ ਆਂਦੇ ਜੇ ਵੀ ਜਨਾਨੀ ਨੂੰ ਸਿਰ ਢੱਕ ਕੇ ਨਹੀਂ ਦੁਆ ਕਰਨੀ ਚਾਹੀਦੀ, ਨੰਗੇ ਸਿਰ ਦੁਆ ਕਰਨੀ, ਮੈਨੂੰ ਸਮਝਾ ਦੇ ਸਹੀ। ਆਂਦਾ ਇਹ ਪਰਮੇਸ਼ਰ ਦਾ ਆਤਮਾ ਤੈਨੂੰ ਸਮਝਾਊਗਾ। ਮੈਂ ਕਿਹਾ ਜੇ ਤੂੰ ਸਮਝ ਲਿਆ ਤਾਂ ਮੈਨੂੰ ਸਮਝਾ ਦੇ ਭਰਾ, ਮੈਂ ਤਰਸਦਾ ਸਮਝਣ ਨੂੰ। ਆਂਦਾ ਨਹੀਂ ਇਹ ਭੇਦ ਹੈ ਰੱਬ ਦਾ ਬੜਾ ਵੱਡਾ। ਕੀ ਆ? ਇਹ ਰੱਬ ਹੀ ਭੇਦ ਖੋਲੂ। ਮੈਂ ਤੇਰੇ ਤੇ ਖੁੱਲ ਗਿਆ, ਮੇਰੇ ਤੇ ਵੀ ਖੋਲ ਦੇ ਕਿਤੇ ਮੈਂ ਨਰਕ 'ਚ ਨਾ ਚਲ ਜਾ। ਆਂਦਾ ਨਹੀਂ ਇਹ ਕਿਸੇ ਨੂੰ ਵੀ ਨਹੀਂ ਸਮਝਾਇਆ ਜਾ ਸਕਦਾ, ਇਹ ਪਰਮੇਸ਼ਰ ਹੀ ਸਮਝਾਉਂਦਾ। ਮੈਂ ਤੈਨੂੰ ਕੀ ਸਮਝਾ, ਘੱਟਾ ਸਮਝਾਇਆ ਫਿਰ ਹੈ? ਜੇ ਤੂੰ ਕਿਸੇ ਨੂੰ ਸਮਝਾ ਨਹੀਂ ਸਕਦਾ ਤੇ ਤੂੰ ਕੀ ਫਿਰ ਇਹ ਕੰਮ ਕਰਨਾ? ਮੈਨੂੰ ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਹ ਵੀ ਸੁਣ ਲਿਓ ਤੇ ਮੈਂ ਵਚਨ ਆਪਣੀ ਸੰਗਤ ਨੂੰ ਸੁਣਾ ਰਿਹਾ ਹਾਂ, ਉਹਨਾਂ ਨੂੰ ਸਿਖਾਉਣ ਦੇ ਲਈ ਕਿ ਇਹ ਤੇ ਲਾ ਲੂ ਕੇ ਲਈ ਇਹ ਵਚਨ ਹੋ ਰਿਹਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਚੌਕਸ ਕਰ ਰਹੇ ਹਾਂ ਜਿਤਨਾ ਪੌਲਸ ਰਸੂਲ ਚੌਕਸ ਕਰਦਾ ਹੈ ਨਾ ਵੀ ਚੌਕਸ ਰਹੋ, ਬੜੇ ਪਾੜਨ ਵਾਲੇ ਬਗਿਆੜ ਤੁਰੇ ਫਿਰਦੇ ਜੇ। ਠੀਕ ਹੈ ਜੀ। ਮੈਂ ਆਪਣੀ ਸੰਗਤ ਨੂੰ ਕੀ ਕਰਦਾ ਵਾਂ? ਸਿਖਾਉਂਦੇ ਆ। ਚੌਕਸ ਕਰਦਾ ਵੀ ਹੁਸ਼ਿਆਰ ਰਹੋ ਵੀ ਕਿਤੇ ਕੋਈ ਤੁਹਾਨੂੰ ਪਾੜ ਨਾ ਜਾਵੇ। ਠੀਕ ਹੈ ਜੀ। ਕਿਸੇ ਦੇ ਲਾ ਲੂਗੇ ਨਹੀਂ ਜੋ ਵਚਨ ਹੋ ਰਿਹਾ। ਇਹ ਨਾ ਸੋਚਿਓ ਸਾਨੂੰ ਕਹਿਤਾ। ਆਓ ਅਸੀਂ ਮੈਂ ਤੁਹਾਨੂੰ ਵਚਨ ਦੇ ਵਿੱਚੋਂ ਇੱਕ ਹੋਰ ਐਤ ਵਿਖਾਉਣਾ। ਚੁੰਨੀ ਲੈਣੀ ਚਾਹੀਦੀ ਕਿ ਨਹੀਂ? ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਬਸ ਥੋੜੀ ਦੇਰ ਬੋਲ ਤਾਂ ਨਹੀਂ ਹੋ ਰਹੇ? ਨਹੀਂ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਜੇ ਜਨਾਨੀ ਆਪਣੇ ਘਰ ਵਾਲੇ ਨਾਲ ਗੱਲਾਂ ਕਰਨ ਲੱਗੀ ਨਹੀਂ ਬੋਲ ਹੁੰਦੀ ਤੇ ਅਸੀਂ ਕਿੱਦਾਂ ਬੋਲ ਹੋ ਜਾਣਾ? ਸਾਡਾ ਪਰਮੇਸ਼ਵਰ ਜਿਹੜਾ ਨਾ ਸਾਡਾ ਪਤੀ ਆ। ਹਾਲੇਲੂਇਆ। ਅਸੀਂ ਉਹਦੀ ਦੁਲਹਨ ਆ। ਹਾਂਜੀ। ਤੇ ਅਸੀਂ ਬੋਲ ਹੋ ਜਾਾਂਗੇ? ਨਹੀਂ। ਦੁਲਹਨ ਤੇ ਰਾਹ ਢੀਕਦੀ ਹੈ ਕਦੋਂ ਮੇਰਾ ਘਰ ਵਾਲਾ ਆਊ। ਆ ਭੈਣ ਦੀ ਇੱਕ ਦਿਨ ਰਾਤ 10 ਵਜੇ ਗੇਟ ਖੋਲ ਕੇ ਢੀਕਣ ਦੀ। ਮੈਂ ਕੀ ਕਰਨ ਦੇ ਭੈਣ ਜੀ? ਮੈਂ ਢੀਕਣ ਦੀ ਆਏ ਨਹੀਂ ਜੀ, ਬੰਦੇ ਡੈਡੀ ਨਹੀਂ ਆਏ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇੰਤਜ਼ਾਰ ਹੁੰਦਾ। ਹਾਂਜੀ ਹੈ ਨਾ? ਸਾਨੂੰ ਵੀ ਸਾਡੇ ਪ੍ਰਭੂ ਦਾ ਇੰਤਜ਼ਾਰ ਹੈ। ਜ਼ਰੂਰ ਜੀ ਜ਼ਰੂਰ। ਅਸੀਂ ਬੋਰ ਨਹੀਂ ਕਦੇ ਹੁੰਦੇ ਉਹਦੀਆਂ ਗੱਲਾਂ ਸੁਣ ਕੇ। ਹਾਂਜੀ। ਪਰ ਮੈਂ ਸਿਰਫ ਇਹੋ ਪੜਾਵਾਂਗਾ। ਹੈਗਾ ਤੇ ਬਹੁਤ ਕੁਝ ਹੈ ਜਿਹੜਾ ਲੋਕਾਂ ਨੂੰ ਪਾੜਦੇ ਆ, ਜਿਹੜੇ ਲੋਕ ਜਿਹੜੀਆਂ ਗੱਲਾਂ ਤੋਂ। ਹੈਗਾ ਤੇ ਬਹੁਤ ਕੁਝ ਆ ਪਰ ਮੈਂ ਇਹੋ ਪੜਾ ਦਾਂਗਾ। ਫਿਰ ਗਾਂ ਆਪਾਂ ਫੇਰ ਸਿੱਖਾਂਗੇ। ਠੀਕ ਆ। ਤੁਸੀਂ ਪੜੋ ਮਤੀ ਦੀ ਇੰਜੀਲ 22 ਦੇ ਆਏ। ਮਤੀ ਦੀ ਇੰਜੀਲ 22 ਦੇ ਆਏ ਪੜੋ। ਮਤੀ ਦੀ ਇੰਜੀਲ 22 ਦੇ ਆਏ। ਉਸ ਦੀ 23 ਆਇਤ ਪੜੋ। ਮਤੀ 22 ਦੀ 23। ਹਾਂਜੀ। ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਹਾਂਜੀ। ਜੋ ਕਿਆਮਤ ਨਹੀਂ ਹੋਣੀ ਉਹਦੇ ਕੋਲ ਆਏ ਲੋਕ ਵੀ ਸਦੂਕੀ ਲੋਕ ਕਹਿੰਦੇ ਵੀ ਕਿਆਮਤ ਨਹੀਂ ਹੋਣੀ। ਹਾਂਜੀ। ਅਤੇ ਆਏ ਕਿ ਉਹਨੂੰ ਜੋ ਸਵਾਲ ਪੁੱਛਿਆ ਯਿਸੂ ਮਸੀਹ ਦੇ ਕੋਲ ਆਏ। ਯਿਸੂ ਮਸੀਹ ਦੇ ਕੋਲੋਂ ਸਵਾਲ ਪੁੱਛਿਆ। ਹਾਂਜੀ। ਕਿ ਗੁਰੂ ਜੀ ਮੂਸਾ ਨੇ ਆਖਿਆ ਸੀ ਹਾਂਜੀ। ਭਈ ਜੇ ਕੋਈ ਔਂਤ ਮਰ ਜਾਵੇ ਹਾਂਜੀ। ਤਾਂ ਉਹਦਾ ਭਾਈ ਉਹਦੀ ਤੀਵੀਂ ਨਾਲ ਵਿਆਹ ਕਰ ਲਵੇ। ਉਹਨਾਂ ਨੇ ਸਵਾਲ ਕੀਤਾ ਵੀ ਗੁਰੂ ਜੀ ਇਹ ਲਿਖਿਆ ਵਾ ਗ੍ਰੰਥ ਦੇ ਵਿੱਚ, ਮੂਸਾ ਨੇ ਇਹ ਕਿਹਾ ਵਾ ਵੀ ਜੇ ਕੋਈ ਔਂਤ ਮਰ ਜਾਂਦਾ ਵਾ। ਔਂਤ ਦਾ ਮਤਲਬ ਪਤਾ ਜੀ ਵੀ ਜਿਹਦੇ ਕੋਈ ਧੀ ਪੁੱਤ ਨਹੀਂ ਹੁੰਦਾ, ਅਗਰ ਉਹ ਮਰ ਜਾਂਦਾ ਵਾ ਤੇ ਉਹਦੀ ਘਰ ਵਾਲੀ ਜਿਹੜੀ ਆ ਉਹ ਦੂਸਰੇ ਦੇ ਫਿਰ ਬਹਿ ਸਕਦੀ ਆ, ਛੋਟੇ ਭਰਾ ਦੀ। ਹਾਂਜੀ। ਅਤੇ ਆਪਣੇ ਭਾਈ ਲਈ ਵੰਸ਼ ਉਤਪੰਨ ਕਰੇ। ਹਾਂਜੀ।
ਜੋ ਸਾਡੇ ਵਿੱਚ 7 ਭਾਈ ਸਨ ਹਾਂਜੀ ਅਤੇ ਪਹਿਲਾ ਵਿਆਹ ਕੇ ਮਰ ਗਿਆ ਪਹਿਲਾ ਵੀ ਮਰ ਗਿਆ ਅਤੇ ਬੇਔਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੀਂ ਛੱਡ ਗਿਆ। ਹਾਂਜੀ ਇਸੇ ਤਰ੍ਹਾਂ ਦੂਆ ਵੀ ਅਤੇ ਤੀਆ ਵੀ ਦੂਜਾ ਵੀ ਮਰ ਗਿਆ, ਤੀਜਾ ਵੀ ਮਰ ਗਿਆ, ਏਦਾਂ ਕਰਦੇ ਕਰਦੇ ਸੱਤੇ ਹੀ ਮਰ ਗਏ। ਹਾਂਜੀ 7ਵੇਂ ਤੀਕਰ ਔਰ ਸਾਰਿਆਂ ਨੇ ਪਿੱਛੋਂ ਉਹਦੀ ਤੀਵੀਂ ਵੀ ਮਰ ਗਈ। ਸਾਰਿਆਂ ਤੋਂ ਬਾਅਦ ਉਹਦੀ ਘਰ ਵਾਲੀ ਵੀ ਮਰ ਗਈ। ਉਤਪੰਨ ਕਿਆਮਤ ਨੂੰ ਉਹਨਾਂ ਸੱਤਾਂ ਵਿੱਚੋਂ ਕਿਸ ਦੀ ਤੀਵੀਂ ਹੋਊ? ਉਹ ਆਂਦੇ ਪ੍ਰਭੂ ਜੀ ਜਦੋਂ ਉਹ ਸਵਰਗ ਰਾਜ ਵਿੱਚ ਜਾਊਗੀ ਉਹ ਕਿਹਦੀ ਘਰ ਵਾਲੀ ਹੋਊਗੀ? ਹੁਣ ਤੁਸੀਂ ਇਹਦਾ ਸਵਾਲ ਦਾ ਜਵਾਬ ਦੇ ਸਕਦੇ। ਘਰ ਵਾਲੇ ਦੇ ਉਹਦੇ ਸੱਤੇ ਬਣੇ, ਪਹਿਲਾ ਵੀ ਮਰ ਗਿਆ, ਦੂਜਾ ਵੀ ਮਰ ਗਿਆ, ਤੀਜਾ ਵੀ ਮਰ ਗਿਆ, ਉਹ ਸੱਤਾਂ ਦੇ ਨਾਲ ਵਿਆਹੀ ਗਈ, ਆਖਰ ਨੂੰ ਆਪ ਵੀ ਮਰ ਗਈ ਤੇ ਸਵਰਗ 'ਚ ਕਿਹਦੀ ਘਰ ਵਾਲੀ ਹੋਊਗੀ? ਬੜਾ ਤਗੜਾ ਸਵਾਲ ਆ, ਪਰ ਆਪਾਂ ਬਾਈਬਲ 'ਚ ਇਹਨੂੰ ਸਿੱਖਾਂਗੇ। ਪੜ੍ਹੋ ਕੀ ਲਿਖਿਆ। ਕਿਉਂਕਿ ਉਹਨਾਂ ਸਭਨਾਂ ਨੇ ਉਹਨੂੰ ਵਸਾਇਆ ਸੀ। ਹਾਂਜੀ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਹਾਂਜੀ ਤੁਸੀਂ ਕਿਤਾਬਾਂ ਅਰ ਪਰਮੇਸ਼ਵਰ ਦੀ ਸਮਰੱਥਾ ਨੂੰ ਨਾ ਜਾਣ ਕੇ ਫੁੱਲ ਵਿੱਚ ਪਏ ਹੋ। ਲਓ ਬਈ, ਪ੍ਰਭੂ ਯਿਸੂ ਜੀ ਨੇ ਆਖਿਆ ਤੁਸੀਂ ਕਿਤਾਬਾਂ ਤੇ ਪਰਮੇਸ਼ਰ ਦੀ ਸਮਰੱਥਾ ਨੂੰ ਨਹੀਂ ਜਾਣਦੇ ਤੇ ਭੁੱਲ ਦੇ ਵਿੱਚ ਪਏ ਜੇ। ਅੱਜ ਬਹੁਤੇ ਲੋਕ ਭੁੱਲ ਦੇ ਵਿੱਚ ਪਏ ਆ। ਹਾਂਜੀ ਕਿਉਂ ਜੋ ਕਿਆਮਤ ਵਿੱਚ ਨਾ ਵਿਆਹ ਕਰਦੇ ਉੱਥੇ ਸਵਰਗ ਦੇ ਵਿੱਚ ਨਾ ਵਿਆਹ ਹੁੰਦੇ ਨੇ ਅਤੇ ਨਾ ਵਿਆਹੇ ਜਾਂਦੇ ਨਾ ਵਿਆਹੇ ਜਾਂਦੇ ਨੇ। ਸਾਰੇ ਲੋਕ ਕਿਹਦੇ ਵਰਗੇ ਨੇ? ਸਾਰੇ ਬੋਲੋ ਹਾਲੇਲੂਇਆ। ਨਿਕਲ ਗਏ ਉਹ ਮਿੰਟ ਜਰਾ ਬਾਹਰ ਲੈ ਲਓ। ਸਾਰੇ ਬੋਲੋ ਹਾਲੇਲੂਇਆ। ਸਵਰਗ ਰਾਜ ਵਿੱਚ ਅਸੀਂ ਸਾਰੇ ਕਿੱਦਾਂ ਦੇ ਹੋਵਾਂਗੇ? ਦੂਤਾਂ ਵਰਗੇ। ਜੇ ਗਾਂਧੀ ਜੀ ਘਰ ਵਾਲੀ ਆ ਤੇ ਉੱਥੇ ਵੀ ਇਹ ਦੂਜੀ ਹੋਣੀ, ਉੱਥੇ ਘਰ ਵਾਲੀ ਘਰ ਵਾਲਾ ਨਹੀਂ ਹੋਣਾ ਚਾਹੀਦਾ। ਸਮਝ ਗਏ ਜੇ? ਤੇ ਦੂਤ ਕਿੱਦਾਂ ਪਰਮੇਸ਼ਰ ਦੇ ਸਾਹਮਣੇ ਜਾਂਦੇ ਆ? ਆਪਣੇ ਆਪ ਨੂੰ ਢੱਕ ਕੇ। ਜੇ ਨਹੀਂ